गुर जैसा नाहि को देव, जिस मस्तक भाग सो लागा सेव। तुम्हारी महिमा अपरे अपारा, जाका लह्यो ना किन्हु पारा। देव देव राजन के राजा, दीन दयाल गरीब निवाजा। राजान राज भानान भान, देवान देव उपमा महान। सो कहो टल गुर सेविया, अहनिस सहज सुभाए। दर्शन परसे आए गुरु कै, जन्म मरण दुख जाए। होवै सिफत खसामदी, नूर अरसह पुरसह चटिया। तुद डिठे सच्चे पातशाह, मल जन्म जन्म दी कट्टिया। सज्जन सच्चा पातशाह, सिर साहां दै साहो। जिस पास बैठिया सोहिया, सबना दा वेसाहो। पतित पावन भगत वशल दीना बंधु निरंजनी जोत, तख्त चौर छत्र दे मालक, दीन दयाल गरीब नवाज, मेहरबान सतगुरु धन धन श्री गुरु ग्रंथ साहिब जी महाराज। सतगुरां दी महान रहमत
ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਚਰਨਾਂ ਦੀ ਸ਼ੋਭ ਪ੍ਰਾਪਤ ਧਰਤੀ ਸੁਲਤਾਨਪੁਰ ਸਾਹਿਬ ਦੀ ਪਾਵਨ ਨਗਰੀ, ਗੁਰੂ ਸਾਹਿਬ ਜੀ ਦਾ ਪਾਵਨ ਅਸਥਾਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ। ਸਤਿਗੁਰਾਂ ਦੀ ਮਹਿਮਾ ਮਹਾਨ ਹੈ, ਕਹਿਣ ਕਥਨ ਤੋਂ ਬਾਹਰੀ ਹੈ। ਤੁਮਰੀ ਮਹਿਮਾ ਅਪਰਿਅਪਾਰਾ, ਜਾ ਕਾ ਲਹਿਓ ਨਾ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, ਜਿਨ੍ਹਾਂ ਸਤਿਗੁਰਾਂ ਦੇ ਦਰਬਾਰ ਅੰਦਰ ਸਭ ਦੇਵੀ ਦੇਵਤੇ ਵੀ ਨਮਸਕਾਰਾਂ ਕਰਦੇ ਹਨ, ਸਭ ਰਾਜੇ ਮਹਾਰਾਜੇ ਵੀ ਝੁਕਦੇ ਹਨ, ਕਿਉਂਕਿ ਮਹਾਰਾਜ ਸਾਹਿਬ ਜੀ ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਹੁਕਮਾ ਮਹਾਨ, ਐਸੀ ਮਹਿਮਾ ਦੇ ਮਾਲਕ ਹਨ। ਰਾਜਿਆਂ ਦੇ ਵੀ ਰਾਜੇ, ਸੂਰਜਾਂ ਦੇ ਸੂਰਜ, ਦੇਵਾਨ ਦੇਵ, ਜਿਨ੍ਹਾਂ ਅੱਗੇ ਸਾਰੇ ਦੇਵਤੇ ਝੁਕਦੇ ਹਨ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਬੇਅੰਤੀ ਬੇਅੰਤ ਹੈ। ਔਰ ਸਤਿਗੁਰੂ ਜੀ ਆਪਣਾ ਉਪਦੇਸ਼ ਦੇ ਕਰਕੇ, ਆਪਣੀ ਮਿਹਰ ਦੀ ਦ੍ਰਿਸ਼ਟੀ ਪਾ ਕਰਕੇ ਸਾਡੇ ਸੰਸਾਰੀ ਜੀਵਾਂ ਦੀ ਕਲਿਆਣ ਕਰਦੇ ਹਨ। ਸਤਿਗੁਰੂ ਐਸੇ ਪਾਰਸ ਹਨ, ਜਿਨ੍ਹਾਂ ਦੀ ਸੰਗਤ ਸਿਰਫ ਲੋਹੇ ਤਾਂਬੇ ਤੋਂ ਸੋਨਾ ਹੀ ਨਹੀਂ ਬਣਾਉਂਦੀ ਹੈ। ਮਹਾਰਾਜ ਸਾਹਿਬ ਜੀ ਆਪਣੇ ਸਿੱਖਾਂ ਸੇਵਕਾਂ ਨੂੰ ਆਪਣੇ ਬਰਾਬਰ ਕਰ ਲੈਂਦੇ ਹਨ। ਸਤਿਗੁਰੂ ਪਾਰਸੀ ਬਣਾ ਦਿੰਦੇ ਹਨ। ਤੋ ਗਰੀਬ ਨਵਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਜੰਗਾਲਿਆ ਹੋਇਆ ਲੋਹਾ ਮਨੂਰ, ਉਹ ਪਾਰਸ ਦੀ ਸੰਗਤ ਕਰਕੇ ਤੇ ਸੋਨਾ ਬਣ ਜਾਂਦਾ ਹੈ। ਮਹਾਰਾਜ ਸਾਹਿਬ ਜੀ ਨੇ ਐਸੇ ਜੰਗਾਲੇ ਹੋਏ ਜੀਵਨ, ਲੋਹੇ ਦੀ ਮੈਲ ਵਰਗੇ ਮਨੂਰ ਬਣੇ ਹੋਏ, ਵਿਸ਼ੇ ਵਿਕਾਰਾਂ ਦੇ ਵਿੱਚ ਸੜੇ ਹੋਏ, ਜਿਨ੍ਹਾਂ ਨੂੰ ਗਰੀਬ ਨਵਾਜ ਸਾਹਿਬ ਜੀ ਨੇ ਮਹਾਨ ਪਵਿੱਤਰ ਬਣਾ ਦਿੱਤਾ। ਔਰ ਪਵਿੱਤਰ ਹੀ ਨਹੀਂ ਇਕੱਲਾ ਬਣਾਇਆ, ਉਹਨਾਂ ਨੂੰ ਐਸੀ ਬਖਸ਼ਿਸ਼ ਕੀਤੀ ਕਿ ਹੋਰਨਾਂ ਨੂੰ ਵੀ ਪਵਿੱਤਰ ਕਰਨ ਵਾਲੇ ਬਣਾ ਦਿੱਤਾ। ਤੋ ਐਸੀ ਮਹਿਮਾ ਸਤਿਗੁਰੂ ਸਾਹਿਬ ਜੀ ਕੀ ਹੈ। ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਆਪਣਾ ਰੂਪ ਦੇ ਕਰਕੇ, ਖਾਲਸਾ ਸਜਾ ਕਰਕੇ ਤੇ ਕਹਿ ਦਿੱਤਾ ਕਿ ਮੇਰੇ ਵਿੱਚ ਤੇ ਖਾਲਸੇ ਦੇ ਵਿੱਚ ਫਰਕ ਹੀ ਕੋਈ ਨਹੀਂ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਐਸੇ ਬਚਨ ਆਪ ਜੀ ਨੇ ਫਰਮਾਏ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੋ ਗਰੀਬ ਨਵਾਜ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ, ਲੜੀਵਾਰ ਰੂਪ ਦੇ ਵਿੱਚ ਜੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਦੱਖਣੀ ਓਅੰਕਾਰ ਬਾਣੀ ਹੈ। ਅੱਜ ਦਾ ਪਵਿੱਤਰ ਉਪਦੇਸ਼ ਇਸ ਅੰਮ੍ਰਿਤ ਬਾਣੀ ਦੀ
22ਵੀਂ ਪੌੜੀ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। 932 ਅੰਗ ਤੇ ਇਹ ਪਵਿੱਤਰ ਬਚਨ ਸੋਭਨੀਕ ਹੈ। ਤੋ ਸਤਿਗੁਰੂ ਜੀ ਜਿਵੇਂ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਗਾਵੈ ਗੁਰਮੁਖ ਬੋਲੈ। ਗੁਰਮੁਖ ਜਿਹੜਾ ਜੀਵ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈਂਦਾ ਹੈ ਤੇ ਸਤਿਗੁਰੂ ਜੀ ਆਪਣਾ ਉਪਦੇਸ਼ ਦੇ ਕਰਕੇ, ਆਪਣੇ ਨਾਮ ਦੀ ਦਾਤ ਦੇ ਕਰਕੇ ਫਿਰ ਗੁਰਮੁਖਤਾਈ ਬਖਸ਼ਿਸ਼ ਕਰਦੇ ਹਨ। ਗੁਰਮੁਖ ਕੌਣ ਹੈ? ਜਿਸ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ, ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਨਾਮ ਦ੍ਰਿੜ ਕਰਾਇਆ ਹੈ, ਨਾਮ ਦੇ ਵਿੱਚ ਪਰਫਕਤਾ ਬਖਸ਼ਿਸ਼ ਕੀਤੀ ਹੈ, ਔਰ ਜਿਸ ਨੇ ਮਨ ਦੀ ਮੱਤ ਛੱਡ ਦਿੱਤੀ ਹੈ, ਗੁਰੂ ਸਾਹਿਬ ਜੀ ਕੀ ਮੱਤ ਦੇ ਅਨੁਸਾਰੀ ਹੋ ਕਰਕੇ ਕਮਾਈ ਕੀਤੀ ਹੈ ਨਾਮ ਦੀ, ਬਾਣੀ ਦੀ, ਤੇ ਸਤਿਗੁਰੂ ਸਾਹਿਬ ਜੀ ਨੇ ਇਹ ਗੁਰਮੁਖਤਾਈ ਵਾਲਾ ਜੀਵਨ ਬਖਸ਼ਿਸ਼ ਕੀਤਾ। ਮੁਖੀ ਗੁਰੂ ਨੇ, ਸਤਿਗੁਰੂ ਜੀ ਨੇ ਜਿਸ ਵੇਲੇ ਕਿਰਪਾ ਕੀਤੀ ਹੈ ਤਾਂ ਫਿਰ ਗੁਰਮੁਖ ਬਣਾ ਦਿੱਤਾ। ਗੁਰਮੁਖ ਵੀ ਮਹਾਨ ਅਵਸਥਾ ਹੈ। ਜਿਵੇਂ ਅੰਮ੍ਰਿਤ ਬਾਣੀ ਦੇ ਅੰਦਰ ਬ੍ਰਹਮ ਗਿਆਨੀ, ਸੰਤ, ਸਾਧੂ ਤੇ ਭਗਤ, ਜਨ, ਦਾਸ, ਇਹ ਪਦਵੀਆਂ ਹਨ। ਇਸੇ ਸਾਧ ਸੰਗਤ ਜੀ ਇਹ ਧਰਮ ਦੇ ਵਿੱਚ ਗੁਰਮੁਖ ਦੀ ਵੀ ਮਹਾਨ ਪਦਵੀ ਹੈ। ਤੇ ਸਤਿਗੁਰੂ ਜਿਸ ਉੱਤੇ ਆਪਣੀ ਮਿਹਰ ਦ੍ਰਿਸ਼ਟੀ ਕਰਦੇ ਹਨ, ਉਹਨੂੰ ਗੁਰਮੁਖ ਬਣਾਉਂਦੇ, ਗੁਰਮੁਖ ਨੂੰ ਨਾਮ ਦਿੰਦੇ ਮਹਾਰਾਜ। ਦਾਨ ਤੇ ਇਸ਼ਨਾਨ, ਇਹ ਤਿੰਨ ਗੁਣ ਬਖਸ਼ਿਸ਼ ਕਰਦੇ ਹਨ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਉਹ ਹੈ ਜਿਹੜਾ ਨਾਮ ਜਪਦਾ ਹੈ, ਗੁਰਮੁਖ ਉਹ ਹੈ ਜੋ ਦਾਨ ਕਰਦਾ ਹੈ, ਤੇ ਗੁਰਮੁਖ ਉਹ ਹੈ ਜਿਹੜਾ ਇਸ਼ਨਾਨ ਕਰਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਗੁਰਮੁਖ ਦਾ ਸਭ ਤੋਂ ਪਹਿਲਾ ਇਹ ਗੁਣ ਹੈ, ਇਹ ਲੱਛਣ ਹੈ, ਉਹ ਇਸ਼ਨਾਨ ਕਰਦਾ, ਫਿਰ ਨਾਮ ਜਪਦਾ, ਤੇ ਫਿਰ ਉਹ ਦਾਨ ਕਰਦਾ। ਦਾਨ ਅਨੇਕ ਪ੍ਰਕਾਰ ਦਾ ਹੁੰਦਾ ਹੈ ਸਾਧ ਸੰਗਤ। ਅੰਨ ਦਾ ਦਾਨ ਵੀ ਕੀਤਾ ਜਾਂਦਾ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਪਿਆਸੇ ਨੂੰ ਜਲ ਛਕਾਉਣਾ, ਇਹ ਵੀ ਦਾਨ ਹੈ। ਵਿਦਿਆ ਦਾ ਵੀ ਦਾਨ ਹੈ। ਜੋ ਆਪ ਵਿਦਿਆ ਪੜ੍ਹੀ ਹੈ ਉਹਨੂੰ ਅੱਗੇ ਵੰਡਣਾ, ਅੱਗੇ ਪੜ੍ਹਾਉਣਾ, ਇਹ ਵੀ ਦਾਨ ਹੈ। ਤੇ ਗੁਰਮੁਖ ਜਿਹੜਾ ਅਸਲ ਦਾਨ ਹੈ ਨਾ ਕਰਦਾ ਹੈ, ਜੋ ਸਭ ਤੋਂ ਵੱਡਾ ਦਾਨ ਹੈ, ਜਿਸ ਦਾਨ ਦੇ ਬਰਾਬਰ ਕੋਈ ਦਾਨ ਹੀ ਦੁਨੀਆ ਵਿੱਚ ਨਹੀਂ ਹੈ, ਉਹ ਹੈ ਨਾਮ ਦਾਨ। ਨਾਮ ਦਾਨ। ਜਿਵੇਂ ਅਸੀਂ ਭਿਖਾਰੀ ਬਣ ਕੇ ਸਾਰੇ ਹੀ ਸਿੱਖ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਹਰ ਰੋਜ਼ ਦਾਨ ਮੰਗਦੇ ਹਾਂ ਕਿ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਹਾਂ, ਤੇ ਸਾਨੂੰ ਮਹਾਰਾਜ ਦਾਤਾ ਜੀ ਦਾਨ ਦਿਓ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਸਾਰਾ ਕੁਝ ਮੰਗਦਿਆਂ ਇੱਕ ਅਸੀਂ ਸ਼੍ਰੋਮਣੀ ਦਾਨ ਮੰਗਦੇ ਹਾਂ। ਫਿਰ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਦਾਨਾ ਸਿਰ ਦਾਨ, ਨਾਮ ਦਾਨ। ਜੋ ਦਾਨਾ ਦੇ ਸਿਰ ਦਾਨ ਹੈ, ਸ਼੍ਰੋਮਣੀ ਦਾਨ ਹੈ, ਉਹ ਨਾਮ ਦਾਨ ਹੈ। ਕਿਰਪਾ ਕਰਕੇ ਆਪ ਸਾਨੂੰ ਨਾਮ ਦਾਨ ਬਖਸ਼ੋ ਜੀ। ਮਹਾਰਾਜ ਸਾਹਿਬ ਰਹਿਮਤ ਕਰਦੇ। ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ਨੀ ਇਸ਼ਨਾਨ, ਇਹ ਦਾਨ ਮੰਗਦੇ ਅਸੀਂ ਗੁਰੂ ਸਾਹਿਬ ਦੇ ਪਾਸੋਂ।
ਤੇ ਗੁਰਮੁਖ ਨੂੰ ਇਹ ਦਾਨ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋ ਗਿਆ। ਨਾਮ ਉਹਦੇ ਹਿਰਦੇ ਵਿੱਚ ਟਿਕ ਗਿਆ, ਨਾਮ ਉਹਦੀ ਰਸਨਾ ਤੇ ਟਿਕ ਗਿਆ, ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ ਪ੍ਰਭ ਜੀ ਵਸਹਿ ਸਾਧ ਕੀ ਰਸਨਾ। ਉਹ ਸਾਧੂ ਗੁਰਮੁਖ ਦੇ ਰਸਨਾ ਤੇ ਵੀ ਹਰ ਵੇਲੇ ਪ੍ਰਭੂ ਜੀ ਵਸੇ ਹੋਏ ਆ, ਕਿਉਂਕਿ ਪ੍ਰਭੂ ਜੀ ਤੇ ਨਾਮ ਵੱਖਰਾ ਨਹੀਂ ਹੈ। ਜਿੱਥੇ ਨਾਮ ਵਸਦਾ ਹੈ ਉੱਥੇ ਪਰਮੇਸ਼ਰ ਹੀ ਵਸਦੇ ਹਨ। ਨਾਵੇ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਨਾਮ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਨੇ ਆਖਿਆ ਮੈਂ ਆਪ ਵਸਦਾ। ਇਸ ਕਰਕੇ ਜਿੱਥੇ ਨਾਮ ਹੈ ਉੱਥੇ ਆਪ ਵਾਹਿਗੁਰੂ ਜੀ ਦਾ ਵਾਸਾ। ਗੁਰਮੁਖ ਦੀ ਰਸਨਾ ਤੇ ਵੀ ਨਾਮ ਦਾ ਜਪ ਹੈ, ਗੁਰਮੁਖ ਦੇ ਹਿਰਦੇ ਵਿੱਚ ਵੀ ਨਾਮ ਵਸਿਆ ਹੋਇਆ ਹੈ। ਇਸ ਕਰਕੇ ਹਰ ਵੇਲੇ ਉਹ ਨਾਮ ਦੇ ਨਾਲ ਲਿਵਲੀਨ ਰਹਿੰਦਾ, ਆਪ ਨਾਮ ਜਪਦਾ ਹੈ, ਦੂਸਰਿਆਂ ਨੂੰ ਨਾਮ ਜਪਾਉਂਦਾ, ਇਹ ਨਾਮ ਦਾ ਦਾਨ ਕਰਦਾ ਹੈ ਗੁਰਮੁਖ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਗੁਰਮੁਖ ਕੋਟਿ ਉਧਾਰ ਦਾ ਭਾਈ, ਦੇ ਨਾਵੈ ਇੱਕ ਕਣੀ। ਨਾਮ ਦੀ ਇੱਕ ਕਣੀ ਦੇ ਨਾਲ ਹੀ ਉਹ ਕਰੋੜਾਂ ਦਾ ਉਧਾਰ ਕਰ ਦਿੰਦਾ। ਇੱਕ ਕਣੀ ਦੀ ਕੀਮਤ ਹੀ ਨਹੀਂ ਕਹੀ ਜਾ ਸਕਦੀ। ਇੱਕ ਕਣੀ ਨਾਮ ਦੀ ਕਿੱਡੀ ਵੱਡੀ ਹੈ, ਕਿੱਡੀ ਸ਼ਕਤੀਸ਼ਾਲੀ ਹੈ, ਕਿੱਡੀ ਮਹਾਨਤਾ ਵਾਲੀ ਹੈ। ਉਹ ਇੱਕ ਕਿਣਕਾ ਹੀ ਨਾਮ ਦਾ। ਸਤਿਗੁਰੂ ਤਾਂ ਨਾਮ ਦਾ ਸਮੁੰਦਰ ਹਨ, ਤੇ ਇਸ ਸਮੁੰਦਰ ਦੇ ਵਿੱਚੋਂ ਜਿਸ ਗੁਰਮੁਖ ਨੂੰ ਇੱਕ ਕਣੀ ਵੀ ਪ੍ਰਾਪਤ ਹੋ ਗਈ ਨਾ, ਉਹ ਇੱਕ ਕਣੀ ਨਾਲ ਹੀ ਕਰੋੜਾਂ ਦਾ ਉਧਾਰ ਕਰ ਦਿੰਦਾ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਉਸ ਇੱਕ ਕਿਣਕੇ ਦੀ ਮਹਿਮਾ ਵੀ ਗਿਣੀ ਨਹੀਂ ਜਾ ਸਕਦੀ, ਤੇ ਜਿਸ ਦੇ ਹਿਰਦੇ ਵਿੱਚ ਵਸ ਜਾਵੇ ਉਸ ਗੁਰਮੁਖ ਦੀ ਮਹਿਮਾ ਵੀ ਗਿਣੀ ਮਿਣੀ ਨਹੀਂ ਜਾ ਸਕਦੀ। ਇੱਕ ਕਿਣਕਾ ਹੀ ਨਾਮ ਦਾ, ਇੱਕ ਕਣੀ ਨਾਮ ਦੀ। ਸਤਿਗੁਰੂ ਤੇ ਸਮੁੰਦਰ ਹਨ ਨਾਮ ਦੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸ੍ਰੀ ਹਮ ਦੇਖਿਆ, ਇੱਕ ਵਸਤੇ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਪਰ ਇਸ ਬੋਲ ਦੇ ਵਿੱਚੋਂ, ਇਸ ਸਾਗਰ ਦੇ ਵਿੱਚੋਂ ਜਿਸ ਗੁਰਮੁਖ ਨੂੰ ਇੱਕ ਕਣੀ ਵੀ ਪ੍ਰਾਪਤ ਹੋ ਗਈ, ਉਹ ਗੁਰਮੁਖ ਦੀ ਮਹਿਮਾ ਕਹਿਣ ਕਥਨ ਤੋਂ ਬਾਹਰੀ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਉਹ ਤਾਂ ਨਿਹਾਲ ਹੋ ਗਿਆ ਜਿਹੜਾ ਗੁਰੂ ਕੀ ਸ਼ਰਨ ਵਿੱਚ ਆਇਆ ਹੈ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਜਦੋਂ ਦਿਆਲੂ ਨੇ, ਕਿਰਪਾ ਦੀ ਨਿਧੀ ਨੇ ਦਇਆ ਦੇ ਘਰ ਵਿੱਚ ਆ ਕਰਕੇ ਕਿਰਪਾ ਕੀਤੀ ਆਪਣੀ ਸ਼ਰਨ ਆਉਣ ਵਾਲੇ ਗੁਰਮੁਖ ਦੇ ਉੱਤੇ, ਫਿਰ ਨਾਮ ਦਾ ਸ਼ਬਦ ਦਾ ਇੱਕ ਅੱਖਰ ਹਿਰਦੇ ਵਿੱਚ ਵਸਾ ਦਿੱਤਾ, ਵਾਹਿਗੁਰੂ ਨਾਮ, ਤੇ ਇੱਕ ਅੱਖਰ ਦੇ ਨਾਲ ਹੀ ਉਹ ਨਿਹਾਲ ਹੋ ਗਿਆ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਐਸੀ ਚੜ੍ਹਦੀ ਕਲਾ ਪ੍ਰਾਪਤ ਹੋਈ। ਸੁਰਤ ਦੀ ਉਹ ਚੜ੍ਹਦੀ ਕਲਾ ਦੇ ਵਿੱਚ ਵਾਸਾ ਹੋਇਆ, ਨਾਮ ਦੇ ਵਿੱਚ ਵਾਸਾ ਹੋਇਆ, ਅੰਦਰੋਂ ਬਾਹਰੋਂ ਚੜ੍ਹਦੀ ਕਲਾ ਵਾਲਾ ਗੁਰਮੁਖ ਹੋ ਗਿਆ। ਉਹਦੀਆਂ ਕਲਾ ਚੜ੍ਹ ਗਈਆਂ, ਉਹ ਵਿਕਾਰਾਂ ਤੋਂ, ਔਗਣਾਂ ਤੋਂ, ਪਾਪਾਂ ਤੋਂ ਮੁਕਤ ਹੋ ਗਿਆ। ਤਾਂ ਐਸਾ ਜੋ ਗੁਰਮੁਖ ਹੈ ਜਿਹੜਾ ਨਿਹਾਲ ਹੋਇਆ ਹੈ ਗੁਰੂ ਕੀ ਕਿਰਪਾ ਦੇ ਨਾਲ, ਫਿਰ ਮਹਾਰਾਜ ਕਹਿੰਦੇ ਹਨ ਗੁਰਮੁਖ ਗਾਵੈ, ਗੁਰਮੁਖ ਬੋਲੈ। ਉਹ ਗੁਰੂ ਕਾ ਸਾਜਿਆ, ਗੁਰੂ ਕਾ ਨਿਵਾਜਿਆ, ਗੁਰੂ ਕੀ ਬਖਸ਼ਿਸ਼ ਨੂੰ ਪ੍ਰਾਪਤ ਹੋਇਆ ਜੋ ਗੁਰਮੁਖ ਹੈ, ਜਿਸ ਨੇ ਆਪਣਾ ਮੁਖ ਵੀ ਗੁਰੂ ਵੱਲ ਕੀਤਾ ਹੋਇਆ ਹੈ, ਆਪਣਾ ਹਿਰਦਾ ਵੀ ਗੁਰੂ ਵੱਲ ਕੀਤਾ ਹੋਇਆ ਹੈ, ਉਹ ਗੁਰਮੁਖ ਹੈ। ਹਰ ਵੇਲੇ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੇ ਸਨਮੁਖ ਰੱਖਦਾ, ਮਹਾਰਾਜ ਸਾਹਿਬ ਜੀ ਦੀ ਆਗਿਆ ਵਿੱਚ ਚੱਲਦਾ ਹੈ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਉਹ ਗੁਰੂ ਕੇ ਭਾਣੇ ਦੇ ਵਿੱਚ ਚੱਲਦਾ, ਗੁਰੂ ਕੀ ਰਜਾ ਵਿੱਚ ਤੁਰਦਾ, ਆਪਣੀ ਮਰਜ਼ੀ ਨਹੀਂ ਕਰਦਾ, ਆਪਣੀ ਭਾਣੇ ਵਿੱਚ ਨਹੀਂ ਚੱਲਦਾ, ਕਿਉਂਕਿ ਉਹਨੂੰ ਪਤਾ ਹੈ ਕਿ ਆਪਣੇ ਭਾਣੇ ਚੱਲਣ ਨਾਲ, ਆਪਣੀ ਮਨਮਤ ਕਰਨ ਦੇ ਨਾਲ ਫਿਰ ਵਿਛੜ ਜਾਈਦਾ ਹੈ, ਚੋਟਾਂ ਸੱਟਾਂ ਖਾਣੀਆਂ ਪੈਂਦੀਆਂ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਇਹ ਉਸ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ ਗੁਰੂ ਕੇ ਪਿਆਰੇ ਗੁਰਮੁਖ ਨੂੰ। ਤਾਂ ਗਰੀਬ ਨਵਾਜ ਸਾਹਿਬ ਕਹਿੰਦੇ ਉਹ ਗੁਰੂ ਕੀ ਦੱਸੀ ਹੋਈ ਚਾਲੀ ਵਿੱਚ ਤੁਰਨ ਵਾਲਾ ਹੀ ਗੁਰਮੁਖ ਹੈ।
ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ। ਤੇ ਐਸੇ ਜੋ ਗੁਰਮੁਖ ਹਨ, ਗੁਰੂ ਕੀ ਆਗਿਆ ਵਿੱਚ ਚੱਲਣ ਵਾਲੇ, ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋਈ ਹੈ, ਗੁਰਮੁਖ ਗਾਵੇ ਉਹ ਰਸਨਾ ਦੇ ਨਾਲ ਵੀ ਫਿਰ ਗੁਰਮੁਖ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਨ, ਗੁਰੂ ਕੇ ਜਸ ਨੂੰ ਗਾਉਂਦੇ ਹਨ। ਗੁਰਮੁਖ ਬੋਲੇ, ਤੇ ਜਿਸ ਵੇਲੇ ਬੋਲਦੇ ਆ ਨਾ, ਉਸ ਵੇਲੇ ਵੀ ਉਹ ਗੁਰਮਤ ਦੇ ਬਚਨ ਹੀ ਬੋਲਦੇ, ਗੁਰ ਸਿੱਖਿਆ ਦੇ ਬਚਨ ਹੀ ਬੋਲਦੇ, ਗੁਰ ਸਾਖੀ ਬੋਲਦੇ ਹਨ, ਗੁਰੂ ਕੀ ਮਹਿਮਾ ਹੀ ਬੋਲਦੇ ਹਨ। ਕਿਉਂਕਿ ਗੁਰਮੁਖ ਹਰ ਵੇਲੇ ਗੁਰੂ का ਜਸ ਹੀ ਕਰਦਾ, ਉਹ ਗੁਰੂ ਸਾਹਿਬ ਜੀ ਕੇ ਜਸ ਦੇ ਵਿੱਚ ਹੀ ਲੀਨ ਰਹਿੰਦਾ, ਗੁਰੂ ਕੀ ਮਹਿਮਾ ਹੀ ਕਰਦਾ। ਸਤਿਗੁਰ ਵੱਡਾ ਕਰ ਸਾਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਕਿਉਂਕਿ ਸਤਿਗੁਰੂ ਜੀ ਦੀਆਂ ਵਡਿਆਈਆਂ ਬਹੁਤ ਵੱਡੀਆਂ ਹਨ, ਤੇ ਗੁਰਮੁਖ ਵੱਡੀਆਂ ਵਡਿਆਈਆਂ ਕਰਦਾ, ਜਿਹੜੀਆਂ ਵਡਿਆਈਆਂ ਸਾਰੀਆਂ ਕਹੀਆਂ ਹੀ ਨਹੀਂ ਜਾ ਸਕਦੀਆਂ। ਤਾਂ ਗੁਰੂ ਕੇ ਪੰਥ ਦੇ ਵਿੱਚ ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ, ਉਹ ਕਿੰਨੇ ਗੁਰੂ ਕੇ ਸਿੱਖ ਗੁਰਮੁਖ ਹੋਏ ਹਨ। ਸਾਧ ਸੰਗਤ, ਭਾਈ ਸਾਹਿਬ ਭਾਈ ਮਰਦਾਨਾ ਜੀ, ਭਾਈ ਸਾਹਿਬ ਭਾਈ ਬਾਲਾ ਜੀ, ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਮੁਖ ਸਿੱਖ ਹਨ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਜਸ ਗਾਵਿਆ, ਆਪਣੀ ਰਸਨਾ ਤੋਂ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਬੋਲਿਆ। ਭਾਈ ਭਗੀਰਥ ਜੀ ਵਰਗੇ, ਭਾਈ ਮਨਸੁਖ ਜੀ ਵਰਗੇ, ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਵਰਗੇ, ਭਾਈ ਸਾਹਿਬ ਭਾਈ ਮਣੀ ਸਿੰਘ ਜੀ ਵਰਗੇ, ਬਾਬਾ ਦੀਪ ਸਿੰਘ ਜੀ ਸ਼ਹੀਦ ਵਰਗੇ ਗੁਰੂ ਕੇ ਪੰਥ ਦੇ ਵਿੱਚ ਹੋਏ। ਭਾਈ ਬਹਿਲੋ ਜੀ ਵਰਗੇ, ਭਾਈ ਮੰਝ ਜੀ ਵਰਗੇ, ਭਾਈ ਸਾਲੋ ਜੀ, ਵੈਸੇ ਜਿਹੜੇ ਗੁਰਮੁਖ ਹਨ, ਭਾਈ ਭਿਖਾਰੀ ਵਰਗੇ। ਗੁਰਮੁਖ ਗਾਵੇ, ਉਹ ਰਸਨਾ ਤੋਂ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਨੂੰ ਗਾਉਂਦੇ ਆ, ਤੇ ਇਸੇ ਤਰ੍ਹਾਂ ਜਦੋਂ ਉਹ ਕੀਰਤਨ ਗਾਉਂਦੇ ਆ, ਫਿਰ ਵੀ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਆ ਗੁਰਮੁਖ, ਕੀਰਤਨ ਦੇ ਵਿੱਚ ਪਾ ਪਾ ਕੇ। ਤੇ ਜਦੋਂ ਵਾਰਤਕ ਵਿੱਚ ਬੋਲਦੇ ਆ, ਸੁਭਾਵਕ ਬੋਲਦੇ ਆ, ਉਸ ਵੇਲੇ ਵੀ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਸੰਬੰਧੀ ਬੋਲਦੇ ਹਨ। ਹਰ ਵੇਲੇ ਗੁਰਮੁਖਾਂ ਦੀ ਜਿਹੜੀ ਸੁਰਤੀ ਬਿਰਤੀ ਹੈ, ਉਹ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ। ਹਰ ਵੇਲੇ ਪਰਮੇਸ਼ਰ ਵਾਹਿਗੁਰੂ ਜੀ ਦੇ ਤਰਫ ਹੀ ਉਹਨਾਂ ਦਾ ਮਨ ਇਕਾਗਰ ਹੋਇਆ ਰਹਿੰਦਾ, ਹਰ ਵੇਲੇ ਹਿਰਦਾ ਉਹਨਾਂ ਦਾ ਜੁੜਿਆ ਰਹਿੰਦਾ ਵਾਹਿਗੁਰੂ ਪਰਮੇਸ਼ਰ ਵੱਲੇ। ਇਸ ਕਰਕੇ ਉਹ ਪ੍ਰਭੂ ਦੇ ਜਸ ਨੂੰ ਹੀ ਗਾਉਂਦੇ ਆ, ਤੇ ਗੁਰਮੁਖ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਨੂੰ ਹੀ ਬੋਲਦੇ ਹਨ। ਗੁਰਮੁਖ ਰਸਨਾ ਦੇ ਨਾਲ ਕੀਰਤੀ ਗਾਉਂਦੇ ਪਰਮੇਸ਼ਰ ਵਾਹਿਗੁਰੂ ਜੀ ਦੀ, ਤੇ ਗੁਰਮੁਖ ਸੁਭਾਵਕ ਜਦੋਂ ਬੋਲ ਚਾਲ ਬੋਲਦੇ ਆ, ਉਸ ਵੇਲੇ ਵੀ ਵਾਹਿਗੁਰੂ ਪਰਮੇਸ਼ਰ ਦੇ ਜਸ ਸੰਬੰਧੀ ਬੋਲਦੇ ਹਨ। ਗੁਰਮੁਖ ਤੇ ਗੁਰਮੁਖ ਤੋਲਦੇ ਹਨ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਨੂੰ। ਤੋਲਣ ਤੋਂ ਕੀ ਭਾਵ ਹੈ ਕਿ ਵਿਚਾਰ ਕਰਦੇ ਹਨ। ਬੁੱਧੀ ਸਾਦੀ ਜਿਹੜੀ ਹੈ, ਇਹਨੂੰ ਤੱਕੜੀ ਆਖਿਆ ਸਾਧ ਸੰਗਤ ਜੀ। ਬੁੱਧੀ ਇੱਕ ਤੱਕੜੀ ਹੈ, ਬੁੱਧੀ ਰੂਪੀ ਤੱਕੜੀ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਉਹ ਤੋਲਦੇ ਹਨ। ਤੋਲਣ ਤੋਂ ਭਾਵ ਵਿਚਾਰਦੇ ਹਨ। ਪ੍ਰਭੂ ਪਰਮੇਸ਼ਰ ਦੇ ਗੁਣਾਂ ਦੀ ਜਿੰਨੀ ਵੀ ਵਿਚਾਰ ਕਰ ਸਕਣ, ਉਹ ਵਾਹਿਗੁਰੂ ਜੀ ਦੇ ਗੁਣ ਵੱਧ ਤੋਂ ਵੱਧ ਗਾਉਂਦੇ ਹਨ ਤੇ ਵਿਚਾਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਜੀ ਨੇ ਕਿੰਨੇ ਗੁਣ ਹਨ। ਉਹ ਗੁਣ ਸਾਰੇ ਬਿਆਨ ਨਹੀਂ ਕੀਤੇ ਜਾ ਸਕਦੇ। ਤੋਲਣ ਤੋਂ ਭਾਵ ਗੁਣਾਂ ਦੀ ਵਿਚਾਰ ਕਰਦੇ ਹਨ। ਉਹਨਾਂ ਦੀ ਬੁੱਧੀ ਰੂਪੀ ਤਕੜੀ ਦੇ ਉੱਤੇ ਪ੍ਰਭੂ ਦੇ ਗੁਣ ਵਸਦੇ ਹਨ। ਗੁਣਾਂ ਦਾ ਨਿਰਣਾ ਕਰਦੇ ਹਨ ਕਿ ਉਹ ਪ੍ਰਭੂ ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਦੀਨ ਦਇਆਲ ਹੈ, ਮਿਹਰਬਾਨ ਹੈ, ਅੰਤਰਜਾਮੀ ਹੈ, ਤੋ ਬੇਅੰਤ ਹੀ ਗੁਣਾਂ ਦਾ ਮਾਲਕ ਹੈ। ਉਹਦੇ ਸਾਰੇ ਗੁਣ ਤਾਂ ਨਹੀਂ ਕਹੇ ਜਾ ਸਕਦੇ, ਪਰ ਫਿਰ ਵੀ ਜਿੰਨੇ ਕੁ ਉਹ ਕਹਿ ਸਕਣ, ਉਹ ਕਹਿਣ ਦਾ ਯਤਨ ਕਰਦੇ ਆ ਗੁਰਮੁਖ।
ਆਪ ਨਿਰਣਾ ਕਰਦੇ ਆ ਪ੍ਰਭੂ ਦੇ ਗੁਣਾਂ ਦਾ, ਤੋ ਲਾਵੇ ਤੇ ਦੂਸਰਿਆਂ ਨੂੰ ਵੀ ਉਹ ਤੋਂ ਲਾਉਂਦੇ ਹਨ। ਦੂਸਰਿਆਂ ਨੂੰ ਕਹਿੰਦੇ ਭਾਈ ਕਿ ਬੁੱਧੀ ਨੂੰ ਹੋਰ ਪਾਸੇ ਨਾ ਲਾ ਛੱਡੋ, ਇਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਰੱਖੋ, ਇਹ ਬੁੱਧੀ ਦੇ ਨਾਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ। ਆਪ ਵੀ ਵਿਚਾਰਦੇ, ਹੋਰਨਾਂ ਨੂੰ ਵੀ ਇਸ ਵਿਚਾਰ ਵਿੱਚ ਲਾਉਂਦੇ ਹਨ ਤੇ ਹੋਰਨਾਂ ਤੋਂ ਵੀ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਹੀ ਗਾਇਨ ਕਰਵਾਉਂਦੇ। ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਦੇ ਨਾਲ, ਗੁਣਾਂ ਦਾ ਜ਼ਿਕਰ ਕਰ ਕਰਕੇ ਤੇ ਗੁਣਵਾਨ ਉਹ ਗੁਣੀ ਨਿਧਾਨ ਪਰਮੇਸ਼ਰ ਦੇ ਨਾਲ ਜੋੜਦੇ ਹਨ ਕਿ ਵੇਖੋ ਭਾਈਓ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਉਹ ਦਾਤਾ ਹੈ, ਸਾਰੀਆਂ ਦਾਤਾਂ ਦੇਣ ਵਾਲਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਇਹ ਵਾਹਿਗੁਰੂ ਜੀ ਦੇ ਇਹਨਾਂ ਗੁਣਾਂ ਨੂੰ ਆਪਣੀ ਬੁੱਧੀ ਰੂਪੀ ਤੱਕੜੀ ਤੇ ਵਿਚਾਰੀਏ, ਤੁੱਲਗੇ। ਉਹ ਪਰਮੇਸ਼ਰ ਵਾਹਿਗੁਰੂ ਜੀ ਕਿੰਨੀਆਂ ਰਹਿਮਤਾਂ ਕਰਨ ਵਾਲਾ, ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਤਾ ਹੈ। ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ, ਪੁਰਖ ਹੈ। ਫਿਰ ਉਹ ਡਰਦਾ ਨਹੀਂ ਹੈ, ਨਿਰਭਉ ਹੈ। ਉਹ ਕਿਸੇ ਨਾਲ ਵੈਰ ਨਹੀਂ ਕਰਦਾ ਹੈ, ਨਿਰਵੈਰ ਹੈ। ਉਸ ਦਾ ਸਰੂਪ ਕਾਲ ਤੋਂ, ਮੌਤ ਤੋਂ ਪਰੇ ਹੈ, ਅਕਾਲ ਮੂਰਤ ਹੈ। ਉਹ ਵਾਹਿਗੁਰੂ ਜੂਨੀਆਂ ਵਿੱਚ ਨਹੀਂ ਆਉਂਦਾ ਹੈ, ਅਜੂਨੀ ਹੈ। ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਗੁਰ ਵੱਡਾ ਹੈ, ਪ੍ਰਸਾਦ ਆਨੰਦ ਸਰੂਪ ਹੈ। ਉਹ ਸਤ ਹੈ, ਚੇਤਨ ਹੈ, ਆਨੰਦ ਹੈ। ਐਸਾ ਜੋ ਪਰਮੇਸ਼ਰ ਹੈ, ਸੱਚ ਪਰਮੇਸ਼ਰ ਨਿਤ ਨਵਾਂ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਦੇ ਮਹਾਨ ਮਹਾਨ ਗੁਣਾਂ ਨੂੰ ਆਪ ਵੀ ਤੋਲਦੇ ਆ, ਦੂਸਰਿਆਂ ਤੋਂ ਵੀ ਤੋਲਾਉਂਦੇ ਆ। ਤੋ ਇਸ ਪ੍ਰਕਾਰ ਦੇ ਨਾਲ ਉਹ ਤੋਲੇ ਨਿਰਣਾ ਕਰਦੇ ਹਨ, ਵਿਚਾਰ ਕਰਦੇ ਹਨ। ਵਿਚਾਰ ਕਰਨ ਤੋਂ ਭਾਵ ਉਹਨਾਂ ਗੁਰਮੁਖਾਂ ਦਾ ਇਹ ਨਹੀਂ ਹੈ ਕਿ ਕੋਈ ਉਹ ਗੁਣਾਂ ਦਾ ਅੰਤ ਪਾਉਣ ਵਾਲੇ ਪਾਸੇ ਚੱਲੇ, ਨਹੀਂ। ਉਹ ਪਰਮੇਸ਼ਰ ਦੀਆਂ ਵੱਡੀਆਂ ਵਡਿਆਈਆਂ ਕਰਕੇ, ਵੱਡੇ ਵੱਡੇ ਗੁਣਾਂ ਦਾ ਜ਼ਿਕਰ ਕਰਕੇ, ਉਹਨਾਂ ਦਾ ਨਿਰਣਾ ਕਰਕੇ, ਉਹਦਾ ਜਸ ਗਾਉਣ ਦਾ ਹੀ ਉਹਨਾਂ ਦਾ ਭਾਵ ਹੈ, ਉਹਦੀ ਮਹਿਮਾ ਕਰਨ ਦਾ ਹੀ ਉਹਨਾਂ ਦਾ ਭਾਵ ਹੈ। ਪਰ ਉਹ ਨਾਲ ਇਹ ਵੀ ਕਹਿੰਦੇ ਹਨ ਗੁਰਮੁਖ ਕਿ ਭਾਈ ਉਹ ਪਰਮੇਸ਼ਰ ਦੇ ਗੁਣਾਂ ਨੂੰ ਤੋਲਣਾ, ਵਿਚਾਰਨਾ ਤਾਂ ਹੈ, ਉਹਦੀ ਵਿਚਾਰ ਤਾਂ ਕਰਨੀ ਹੈ, ਉਸ ਦੀ ਕਥਾ ਤੇ ਕਰਨੀ ਹੈ, ਪਰ ਕਥਾ ਕਰਕੇ ਵੀ ਇਹੀ ਸਮਝਣਾ ਹੈ ਕਿ ਉਹ ਅਕਥ ਹੈ, ਉਹ ਕਥਿਆ ਨਹੀਂ ਜਾ ਸਕਦਾ। ਉਸ ਦੇ ਗੁਣਾਂ ਨੂੰ ਇਹ ਬੁੱਧੀ ਰੂਪੀ ਤੱਕੜੀ ਤੇ ਤੋਲ ਤੋਲ ਕੇ, ਵਿਚਾਰ ਵਿਚਾਰ ਕੇ, ਨਿਰਣਾ ਕਰਕੇ ਉਹਦੇ ਨਾਲ ਜੁੜਨਾ ਹੀ ਹੈ। ਉਹਦੇ ਸਾਰੇ ਗੁਣ ਨਹੀਂ ਕਹੇ ਜਾ ਸਕਦੇ। ਜਿਹਵਾ ਏਕ ਕਮਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਫਿਰ ਅਖੀਰ ਤੇ ਉਹ ਇਹੀ ਗੱਲ ਕਹਿੰਦੇ ਆ, ਕਹਿੰਦੇ ਭਾਵੇਂ ਸੱਤਾਂ ਸਮੁੰਦਰਾਂ ਦੀ ਸ਼ਾਹੀ ਲੈ ਲਈਏ, ਭਾਵੇਂ ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਭਾਵੇਂ ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਏ, ਸੱਤਾਂ ਸਮੁੰਦਰਾਂ ਦੀ ਸ਼ਾਹੀ ਨਾਲ ਵੀ ਵਾਹਿਗੁਰੂ ਦੇ ਗੁਣ ਲਿਖਣ ਲੱਗ ਪਈਏ, ਸਾਰੀ ਬਨਸਪਤੀ ਦੀਆਂ ਕਲਮਾਂ ਨਾਲ, ਫਿਰ ਵੀ ਪ੍ਰਭੂ ਦੇ ਗੁਣ ਸਾਰੇ ਲਿਖੇ ਨਹੀਂ ਜਾ ਸਕਦੇ, ਉਹਦਾ ਜਸ ਸਾਰਾ ਵਿਚਾਰਿਆ ਨਹੀਂ ਜਾ ਸਕਦਾ। ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਉਹ ਬੇਅੰਤੀ ਬੇਅੰਤ ਹੈ, ਪਰ ਉਹ ਗੁਰਮੁਖ ਵਿਚਾਰ ਜ਼ਰੂਰ ਕਰਦੇ ਹਨ ਪ੍ਰਭੂ ਦੇ ਗੁਣਾਂ ਨੂੰ। ਉਹ ਬੁੱਧੀ ਰੂਪੀ ਤੱਕੜੀ ਨੂੰ ਇਧਰਲੇ ਪਾਸੇ, ਕਿਉਂਕਿ ਜੇ ਇਹ ਵਿਹਲੀ ਰਹੇਗੀ ਹੋਰ ਕੁਝ ਤੋਲਦੀ ਰਹੇਗੀ, ਇਸ ਕਰਕੇ ਉਹ ਵਾਹਿਗੁਰੂ ਦੇ ਗੁਣਾਂ ਵਾਲੇ ਪਾਸੇ ਇਹਨੂੰ ਲਾ ਛੱਡਦੇ ਹਨ। ਦ੍ਰਿਸ਼ਟਾਂਤ, ਪ੍ਰਮਾਣ, ਉਦਾਹਰਨ, ਸਾਖੀ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਦੇ ਵਿੱਚ ਹੀ ਹਰ ਵੇਲੇ ਲਵਲੀਨ ਰਹਿੰਦੇ ਤੇ ਹੋਰਨਾਂ ਨੂੰ ਵੀ ਲਾਉਂਦੇ ਹਨ। ਗੁਰਮੁਖ ਆਵੇ ਜਾਏ ਸੰਗ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਆ ਨਾ, ਗੁਰੂ ਕੇ ਪਿਆਰੇ, ਜਿਨ੍ਹਾਂ ਦਾ ਹਿਰਦਾ, ਜਿਨ੍ਹਾਂ ਦਾ ਤਨ, ਜਿਨ੍ਹਾਂ ਦਾ ਮਨ ਗੁਰੂ ਸਾਹਿਬ ਜੀ ਦੀ ਤਰਫ ਹੈ, ਉਹ ਗੁਰਮੁਖ ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੈ, ਆਵੇ ਜਾਏ ਨਿਸੰਗ। ਉਹਨਾਂ ਨੂੰ ਕੋਈ ਸੰਗ ਨਹੀਂ, ਕੋਈ ਸ਼ੰਕਾ ਨਹੀਂ ਹੈ, ਕੋਈ ਸੰਗ ਸ਼ਰਮ ਨਹੀਂ ਹੈ। ਉਹ ਸੰਸਾਰ ਦੇ ਵਿੱਚ ਬਿਨਾਂ ਕਿਸੇ ਖੌਫ ਤੋਂ, ਕਿਸੇ ਸੰਗ ਤੋਂ, ਕਿਸੇ ਸ਼ੰਕੇ ਤੋਂ ਉਹ ਆਉਂਦੇ ਆ ਤੇ ਬਿਨਾਂ ਕਿਸੇ ਸੰਗ ਸ਼ਰਮ ਤੋਂ ਉਹ ਇੱਥੋਂ ਜਾਂਦੇ ਹਨ। ਭਾਵ ਉਹਨਾਂ ਦਾ ਆਉਣਾ ਜਾਣਾ ਕਿਸੇ ਬੰਧਨ ਵਿੱਚ ਨਹੀਂ ਹੈ, ਉਹਨਾਂ ਦਾ ਆਉਣਾ ਜਾਣਾ ਕੋਈ ਕਰਮਾਂ ਦੇ ਅਧੀਨ ਨਹੀਂ ਹੈ। ਗੁਰਮੁਖ ਜਿਹੜੇ ਗੁਰੂ ਕੇ ਬਖਸ਼ੇ ਹੋਏ ਹਨ ਨਾ,
ਉਹ ਗੁਰੂ ਕੀ ਕਿਰਪਾ ਦੇ ਨਾਲ ਨਿਸੰਗ ਹੀ ਆਉਂਦੇ ਆ ਤੇ ਨਿਸੰਗ ਹੀ ਜਾਂਦੇ। ਉਹਨਾਂ ਨੂੰ ਕੋਈ ਸ਼ੰਕਾ, ਕੋਈ ਸੰਕੋਚ ਨਹੀਂ ਹੈ, ਕੋਈ ਬੰਧਨ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਹੰਗਤਾ ਮਮਤਾ ਦਾ, ਕੋਈ ਕਰਤਾ ਭੋਗਤਾ ਦਾ ਕੋਈ ਵੀ ਬੰਧਨ ਗੁਰਮੁਖਾਂ ਨੂੰ ਨਹੀਂ ਹੈ। ਉਹ ਗੁਰਮੁਖ ਤਾਂ ਮੁਕਤ ਹਨ, ਬੰਧਨਾਂ ਤੋਂ ਰਹਿਤ ਹਨ। ਤਾਂ ਉਹ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ, ਉਹ ਕਿਸੇ ਸੰਗ ਸ਼ਰਮ ਤੋਂ ਰਹਿਤ ਹੀ ਇਸ ਸੰਸਾਰ ਦੇ ਵਿੱਚ ਆਉਂਦੇ ਆ ਤੇ ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋ ਜਾਂਦਾ ਫਿਰ ਇੱਥੋਂ ਚਲੇ ਜਾਂਦੇ ਹਨ। ਅਸਲ ਵਿੱਚ ਉਹ ਨਾ ਜਨਮ ਵਿੱਚ ਆ ਤੇ ਨਾ ਮਰਨ ਵਿੱਚ। ਉਹਨਾਂ ਦੇ ਉੱਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਹੈ, ਕਿਉਂਕਿ ਉਹ ਕਰਮਾਂ ਦੇ ਬੰਧਨ ਵਿੱਚ ਵੱਜ ਕੇ ਨਹੀਂ ਆਉਂਦੇ। ਜਿਵੇਂ ਸਾਧ ਸੰਗਤ ਜੀ, ਕੋਈ ਅਪਰਾਧੀ ਜੇਲ੍ਹ ਦੇ ਵਿੱਚ ਜਾਂਦਾ ਹੈ, ਕੋਈ ਚੋਰ, ਕੋਈ ਠੱਗ, ਕੋਈ ਡਾਕੂ, ਕੋਈ ਹੇਰਾ ਫੇਰੀ ਕਰਨ ਵਾਲਾ, ਕੋਈ ਲੁੱਟ ਖੋਹ ਕਰਨ ਵਾਲਾ, ਕੋਈ ਕਤਲ ਕਰਨ ਵਾਲਾ, ਉਹ ਜੇਲ੍ਹ ਵਿੱਚ ਜਾਂਦਾ ਹੈ, ਉਹ ਬੰਧਨ ਵਿੱਚ ਪੈ ਕੇ ਜਾਂਦਾ। ਉਹਨੂੰ ਸਜ਼ਾ ਲੱਗੀ ਹੁੰਦੀ ਹੈ ਕਿ ਇੰਨਾ ਚਿਰ ਇਹ ਜੇਲ੍ਹ ਵਿੱਚ ਰਹੇਗਾ, ਇੰਨੇ ਸਾਲ ਇਹ ਜੇਲ੍ਹ ਵਿੱਚ ਰਹੇਗਾ। ਪਰ ਜੇਲ੍ਹ ਦੇ ਵਿੱਚ ਡਾਕਟਰ ਲੋਕ ਵੀ ਜਾਂਦੇ ਆ, ਜੇਲ੍ਹ ਦੇ ਵਿੱਚ ਹੋਰ ਵੀ ਜਾਂਦੇ ਹਨ ਲੋਕ, ਅਫਸਰ ਲੋਕ ਵੀ ਜਾਂਦੇ, ਪਰ ਉਹ ਉਸ ਤਰੀਕੇ ਨਾਲ ਨਹੀਂ ਜਾਂਦੇ। ਇੱਕ ਅਪਰਾਧੀ ਦਾ ਜਾਣਾ ਹੋਰ ਕਿਸਮ ਦਾ ਹੈ, ਹੋਰ ਤਰ੍ਹਾਂ ਦਾ ਹੈ। ਪਰ ਇੱਕ ਡਾਕਟਰ ਵੀ ਜੇਲ੍ਹ ਦੇ ਵਿੱਚ ਜਾਂਦਾ ਹੈ, ਉਹ ਕੈਦੀਆਂ ਦਾ ਇਲਾਜ ਕਰਨ ਵਾਸਤੇ ਜਾਂਦਾ, ਉਹਨਾਂ ਨੂੰ ਦਵਾਈ ਦੇਣ ਵਾਸਤੇ ਜਾਂਦਾ ਹੈ। ਉਹ ਸਿੱਧਾ ਹੀ ਚਲੇ ਜਾਂਦਾ ਹੈ ਤੇ ਸਿੱਧਾ ਹੀ ਵਾਪਸ ਆ ਜਾਂਦਾ ਹੈ। ਉਹਨੂੰ ਕੋਈ ਉੱਥੇ ਸੰਕੋਚ ਨਹੀਂ ਹੈ, ਕੋਈ ਸੰਗ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ, ਕੋਈ ਡਰ ਨਹੀਂ ਹੈ। ਪਰ ਇੱਕ ਅਪਰਾਧੀ ਜਿਹੜਾ ਹੈ ਉਹਦਾ ਜਾਣਾ ਹੋਰ ਤਰ੍ਹਾਂ ਦਾ ਹੈ। ਇਸੇ ਤਰ੍ਹਾਂ ਦਾ ਬਾਕੀ ਸੰਸਾਰ ਜਿਹੜਾ ਹੈ ਉਹ ਤਾਂ ਕਰਮਾਂ ਦੇ ਬੰਧਨ ਵਿੱਚ ਪਿਆ ਹੋਇਆ ਆਉਂਦਾ ਹੈ, ਜਨਮ ਲੈ ਕੇ ਆਉਂਦਾ ਹੈ, ਜਿਸ ਤਰ੍ਹਾਂ ਦੇ ਕਰਮ ਕੀਤੇ ਹੁੰਦੇ ਉਹਨਾਂ ਦਾ ਫਲ ਭੋਗਣ ਵਾਸਤੇ ਆਉਂਦਾ ਹੈ, ਮਰ ਕੇ ਜਾਂਦਾ ਹੈ। ਪਰ ਜਿਹੜੇ ਗੁਰਮੁਖ ਹਨ ਉਹਨਾਂ ਦਾ ਆਉਣਾ ਤੇ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਜੇਲ੍ਹ ਦੇ ਵਿੱਚ ਜਾਂਦਾ ਹੈ ਬਿਮਾਰਾਂ ਦਾ ਇਲਾਜ ਕਰਨ ਵਾਸਤੇ। ਅਸਲ ਵਿੱਚ ਗੁਰਮੁਖ ਜਿਹੜੇ ਆ ਉਹ ਬਿਮਾਰਾਂ ਦਾ ਇਲਾਜ ਕਰਨ ਵਾਸਤੇ ਹੀ ਆਉਂਦੇ ਸੰਸਾਰ ਦੇ ਵਿੱਚ। ਉਹ ਰੋਗੀਆਂ ਨੂੰ ਨਾਮ ਦੀ ਦਵਾਈ ਦੇਣ ਵਾਸਤੇ ਹੀ ਆਉਂਦੇ, ਆਉਂਦੇ ਹੁਕਮ ਦੇ ਵਿੱਚ ਹੀ ਆ। ਜਿਵੇਂ ਇੱਕ ਡਾਕਟਰ ਜੇਲ੍ਹ ਦੇ ਵਿੱਚ ਜਾਂਦਾ ਹੈ, ਉਹ ਵੀ ਕਿਸੇ ਦੇ ਹੁਕਮ ਦੇ ਅਧੀਨ ਹੀ ਜਾਂਦਾ, ਉਹਨੂੰ ਵੀ ਸੱਦਿਆ ਹੀ ਜਾਂਦਾ, ਪਰ ਉਹ ਸਜ਼ਾ ਨਹੀਂ ਭੁਗਤਣ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਰਤਦੇ ਹਨ, ਨਾਮ ਦੇ ਨਾਲ ਜੁੜੇ ਹੋਏ। ਉਹਨਾਂ ਨੇ ਉੱਥੇ ਸੱਚਖੰਡ ਦੇ ਵਿੱਚ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਹੈ। ਉੱਥੋਂ ਹੁਕਮ ਹੋ ਜਾਂਦਾ ਕਿ ਜਾਓ ਭਾਈ, ਹੁਣ ਤੁਹਾਡੀ ਲੋੜ ਆ ਸੰਸਾਰ ਦੇ ਵਿੱਚ, ਜਾਓ ਲਾ ਕੇ ਆਓ 10-20 ਸਾਲ, ਆਪ ਵੀ ਜਪੋ ਤੇ ਹੋਰਨਾਂ ਨੂੰ ਵੀ ਜਪਾਓ। ਉੱਪਰ ਪਰਮੇਸ਼ਰ ਦਾ ਜਿੰਨਾ ਹੁਕਮ ਹੋ ਜਾਂਦਾ ਹੈ। ਕਿਸੇ ਨੂੰ 8-10 ਸਾਲ ਦਾ ਸਮਾਂ ਦਿੰਦੇ ਪਰਮੇਸ਼ਰ ਜੀ, ਕਿਸੇ ਗੁਰਮੁਖ ਨੂੰ ਕਹਿੰਦੇ ਤੂੰ 20 ਸਾਲ ਲਾ ਕੇ ਆ ਭਾਈ, ਕਿਸੇ ਨੂੰ ਕਹਿੰਦੇ ਤੈਨੂੰ 30 ਸਾਲ ਦਿੱਤੇ ਇੰਨਾ ਸਮਾਂ ਲਾ ਕੇ ਆ, ਕਿਸੇ ਨੂੰ ਕਹਿੰਦੇ ਤੈਨੂੰ 50 ਸਾਲ, ਕਿਸੇ ਨੂੰ ਕਹਿੰਦੇ ਤੈਨੂੰ 60 ਸਾਲ ਦਿੱਤੇ। ਉਹ ਫਿਰ ਜਿੰਨਾ ਜਿੰਨਾ ਸਮਾਂ ਪ੍ਰਾਪਤ ਹੁੰਦਾ ਹੈ, ਗੁਰਮੁਖ ਆਵੇ ਜਾਏ ਨਿਸੰਗ, ਆਉਂਦੇ ਸੰਸਾਰ ਤੇ ਆਪ ਵੀ ਜਪਦੇ ਆ ਤੇ ਹੋਰਨਾਂ ਨੂੰ ਵੀ ਜਪਾਉਂਦੇ, ਤੇ ਬੰਧਨ ਵਿੱਚ ਹੈ ਨਹੀਂ। ਉਹ ਆਪ ਮੁਕਤ ਵਾ ਪਰਮੇਸ਼ਰ ਦੀ ਕਿਰਪਾ ਦੇ ਨਾਲ, ਤੇ ਦੂਸਰਿਆਂ ਨੂੰ ਉਹ ਮੁਕਤ ਕਰਨ ਵਾਸਤੇ ਆਉਂਦੇ, ਦੂਜਿਆਂ ਦੇ ਵੀ ਬੰਧਨ ਖੋਲਣ ਵਾਸਤੇ ਆਉਂਦੇ ਗੁਰਮੁਖ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਉਹਨਾਂ ਨੂੰ ਫਿਰ ਧੰਨ ਧੰਨ ਕਹਿਣਾ ਚਾਹੀਦਾ, ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੈ ਤੇ ਜਿਹੜੇ ਆਪ ਮੁਕਤ ਵਾ ਤੇ ਦੂਸਰਿਆਂ ਨੂੰ ਮੁਕਤ ਕਰਨ ਵਾਸਤੇ ਆਉਂਦੇ ਆ, ਆਪ ਜਪਦੇ ਆ ਤੇ ਦੂਸਰਿਆਂ ਨੂੰ ਜਪਾਉਂਦੇ ਆ। ਐਸੇ ਬੇਅੰਤ ਗੁਰਮੁਖ ਗੁਰੂ ਕੇ ਪੰਥ ਵਿੱਚ ਆਏ, ਜਿਨ੍ਹਾਂ ਨੇ ਸਿਰਫ ਜਪਣ ਜਪਾਉਣ ਦਾ ਹੀ ਕਾਰਜ ਕੀਤਾ। ਸਾਧ ਸੰਗਤ, ਮਹਾਨ ਹਸਤੀਆਂ ਗੁਰੂ ਕੇ ਪੰਥ ਦੀਆਂ, ਜਿਵੇਂ 5 ਪਿਆਰੇ ਸਹਿਬਾਨ, ਕਿੱਡੀ ਗੁਰੂ ਕੀ ਕਿਰਪਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਇਸੇ ਤਰ੍ਹਾਂ ਗੁਰੂ ਕੇ ਚਾਰੇ ਹੀ ਸਾਹਿਬਜ਼ਾਦੇ
ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਉਹਨਾਂ ਨੇ ਜਪਿਆ ਜਪਾਇਆ ਹੀ ਹੈ। ਧਰਮ ਤੋਂ ਆਪਾਂ ਵਾਰ ਕੇ ਕੁਰਬਾਨੀ ਕਰਕੇ ਦੱਸ ਦਿੱਤਾ ਵੀ ਇੰਜ ਧਰਮ ਨਿਭਾਈਦਾ, ਇਸ ਤਰ੍ਹਾਂ ਸਿੱਖੀ ਨਿਭਾਈਦੀ ਹੈ। ਭਾਈ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਸ਼ਬੇਗ ਸਿੰਘ ਜੀ, ਭਾਈ ਸ਼ਹਬਾਜ ਸਿੰਘ ਜੀ, ਐਸੇ ਗੁਰਮੁਖ ਜਿਨ੍ਹਾਂ ਨੇ ਆਪ ਜਪਿਆ ਤੇ ਦੂਸਰਾ ਨੂੰ ਜਪਾਇਆ ਤੇ ਕੈਸੀ ਦ੍ਰਿੜਤਾ ਦੇ ਨਾਲ ਸਿੱਖੀ ਨਿਭਾਈ ਹੈ। ਉਹ ਐਸੇ ਗੁਰਮੁਖ ਪਿਆਰਿਓ, ਗੁਰੂ ਕੀ ਕਿਰਪਾ ਦੇ ਸਾਜੇ ਨਵਾਜੇ ਆਉਂਦੇ ਸੰਸਾਰ ਦੇ ਵਿੱਚ ਜਪਣ ਵਾਸਤੇ ਤੇ ਜਪਾਉਣ ਵਾਸਤੇ। ਉਹਨਾਂ ਨੂੰ ਆਖਿਆ ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਜਿਨ੍ਹਾਂ ਨੂੰ ਆਪ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਆਪ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਮਿਲਾ ਲਿਆ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮੇਸ਼ਰ ਆਪ ਵਸਿਆ ਹੋਇਆ ਹੈ, ਉਹ ਗੁਰਮੁਖ, ਉਹੀ ਅਸਲ ਧਨ ਵਾਲੇ ਆ, ਉਹੀ ਉੱਚੀ ਕੁਲ ਵਾਲੇ, ਉਹੀ ਸ੍ਰੇਸ਼ਟ ਇੱਜ਼ਤ ਵਾਲੇ, ਪਤ ਵਾਲੇ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜਿਉਂਦਿਆਂ ਮੁਕਤ ਵਾ, ਉਹਨਾਂ ਤੇ ਕੋਈ ਬੰਧਨ ਨਹੀਂ ਹੈ। ਉਹਨਾਂ ਨੂੰ ਫਿਰ ਆਖਿਆ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿੰਨਾ ਜਗਤ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ, ਜਿੰਨਾ ਜਗਤ ਉਹਨਾਂ ਦਾ ਬਚਨ ਮੰਨਦਾ ਹੈ, ਉਹਨਾਂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲਦਾ ਹੈ, ਗੁਰਮੁਖਾਂ ਦੀ ਸਿੱਖਿਆ ਤੇ ਉਹ ਫਿਰ ਤਰਦਾ ਜਾਂਦਾ। ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਆਪ ਸੰਸਾਰ ਨੂੰ ਤਾਰਨ ਵਾਸਤੇ ਆਏ, ਆਪ ਤਾਰ ਰਹੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਦਸਾਂ ਪਾਤਸ਼ਾਹੀਆਂ ਨੇ ਸੰਸਾਰ ਨੂੰ ਦਰਸ਼ਨ ਦੇ ਕੇ, ਉਪਦੇਸ਼ ਦੇ ਕੇ, ਸਿੱਖਿਆ ਦੇ ਕੇ ਤਾਰਿਆ ਹੈ। ਉੱਥੇ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਦੀ ਵੀ ਅੱਗੇ ਸੇਵਾ ਲਾਈ ਹੈ, ਗੁਰਮੁਖਾਂ ਦੀ, ਆਪਣੇ ਸਿੰਘਾਂ ਦੀ ਵੀ ਸੇਵਾ ਲਾਈ ਨਾਲ ਨਾਲ ਮਹਾਰਾਜ ਸਾਹਿਬ, ਗਰੀਬ ਨਵਾਜ ਸਾਹਿਬ ਜੀ। ਜਿੱਥੇ ਗੁਰੂ ਕਾ ਦਰਸ਼ਨ ਦੇਖ ਕਰਕੇ ਸਾਧ ਸੰਗਤ ਜੀ ਬੰਧਨ ਕੱਟੇ ਜਾਂਦੇ ਆ, ਕਲਿਆਣ ਹੁੰਦੀ ਹੈ, ਸੰਸਾਰ ਭੋਜਲ ਤੋਂ ਤਰੀਦਾ, ਉੱਥੇ ਗੁਰੂ ਕੇ ਸਿੱਖਾਂ ਦਾ ਦਰਸ਼ਨ ਵੇਖ ਕੇ ਵੀ ਤਰੀਦਾ। ਅੱਜ ਦਾ ਜੋ ਸ੍ਰੀ ਮੁਖ ਵਾਕ ਮਹਾਰਾਜ ਨੇ ਸੋਹੀ ਰਾਗ ਅੰਦਰ ਬਖਸ਼ਿਸ਼ ਕੀਤਾ ਹੈ, ਉਹਦੇ 'ਚ ਇਹੀ ਬਚਨ ਫਰਮਾਏ ਮਹਾਰਾਜ ਨੇ, ਇਹ ਵਾਹਿਗੁਰੂ ਜੀ ਤੇਰੇ ਸੰਤਾਂ ਭਗਤਾਂ ਦਾ ਦਰਸ਼ਨ ਕਰਕੇ ਵੀ ਕਰੋੜਾਂ ਪਾਪ ਦੂਰ ਹੋ ਜਾਂਦੇ, ਜਾ ਕੇ ਦਰਸ ਪਾਪ ਕੋਟਿ ਉਤਾਰੇ। ਸੋ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਕਰੋੜਾਂ ਪਾਪ ਲੱਥ ਜਾਂਦੇ। ਤੋ ਐਸੇ ਜਿਹੜੇ ਗੁਰੂ ਕੇ ਪਿਆਰੇ ਹਨ, ਉਹਨਾਂ ਦਾ ਆਉਣਾ ਵੀ ਸਾਧ ਸੰਗਤ ਜੀ ਧੰਨ ਧੰਨ ਆਖਿਆ ਮਹਾਰਾਜ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਈ ਹੈ ਸੁਆਓ, ਜਨ ਕੈ ਸੰਗ ਚਿਤ ਆਵੇ ਨਾਉ। ਜਿਨ੍ਹਾਂ ਦੀ ਸੰਗਤ ਕਰਕੇ ਨਾਮ ਚਿੱਤੇ ਆਉਂਦਾ ਹੈ, ਜਿਨ੍ਹਾਂ ਦੀ ਸੰਦੜਿਆਂ ਦੁਰਮਤ ਵੰਝੈ, ਮਿੱਤਰਿਆ ਸਾਡੜੇ ਸੇਈ। ਹਉ ਟੁੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ। ਪਰ ਮਾਰੇ ਕਹਿੰਦੇ ਬਹੁਤੇ ਨਹੀਂ, ਵਿਰਲੇ ਵਿਰਲੇ ਹਨ, ਹੈਨ ਵਿਰਲੇ ਨਾਹੀ ਘਣੇ, ਫੈਲ ਪਕੜ ਸੰਸਾਰ। ਜਗ ਮਹਿ ਉਤਮ ਕਾਢਿਆ ਹੈ, ਵਿਰਲੇ ਕੇ। ਐਸੇ ਗੁਰਮੁਖ ਵਿਰਲੇ ਹਨ, ਵਾਹਿਗੁਰੂ ਜੀ ਦੇ ਦਰ ਤੋਂ ਸਾਜੇ ਨਵਾਜੇ ਹੋਏ, ਬਖਸ਼ੇ ਹੋਏ, ਜਿਨ੍ਹਾਂ ਨੂੰ ਆਖਿਆ ਹੈ ਗੁਰਮੁਖ ਸੱਦੇ ਜਾਨ ਆਵਨ ਕੱਲਿਆ, ਗੁਰਮੁਖ ਆਵੇ ਜਾਏ ਨਿਸੰਗ। ਜਿਹੜੇ ਵਾਹਿਗੁਰੂ ਜੀ ਦੇ ਭੇਜੇ ਹੋਏ ਆਉਂਦੇ ਆ, ਸੱਦੇ ਹੋਏ ਜਾਂਦੇ ਆ। ਜਿੰਨੀ ਸੇਵਾ ਦੇ ਕੇ ਭੇਜਦੇ ਆ, ਜਾਓ ਭਾਈ ਜਪੋ ਤੇ ਜਪਾਓ, ਉਹ ਜਪਾਉਂਦੇ ਸੰਸਾਰ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ। ਜਨ ਕੈ ਸੰਗ ਚਿਤ ਆਵੇ ਨਾਉ। ਉਹਨਾਂ ਦੀ ਸੰਗਤ ਕੀਤਿਆਂ ਨਾਮ ਚੇਤੇ ਆਉਂਦਾ। ਜਨ ਆਵਨ ਕਾਈ ਹੈ ਸੁਆਓ, ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਸਾਹਿਬ ਕਹਿੰਦੇ ਐਸੇ ਜਨ ਨੂੰ ਵੀ ਨਮਸਕਾਰ, ਜਿਹੜਾ ਆਪ ਮੁਕਤ ਹੈ ਤੇ ਸੰਸਾਰ ਦੇ ਜੀਵਾਂ ਨੂੰ ਮੁਕਤ ਕਰਦਾ।
ਆਪ ਬੰਧਨਾਂ ਤੋਂ ਰਹਿਤ ਹੈ, ਸੰਸਾਰ ਦੇ ਵੀ ਬੰਧਨਾਂ ਤੋਂ ਰਹਿਤ ਕਰਦਾ ਹੈ। ਫਿਰ ਉਹਨਾਂ ਵਾਸਤੇ ਮਹਾਰਾਜ ਨੇ ਆਖਿਆ ਉਹ ਪਰਉਪਕਾਰ ਕਰਨ ਵਾਸਤੇ ਆਉਂਦੇ ਆ, ਜਨਮ ਮਰਨ ਵਿੱਚ ਨਹੀਂ ਹਨ। ਉਹ ਬਿਨਾਂ ਸ਼ੰਕੇ ਤੋਂ, ਬਿਨਾਂ ਇਹ ਕਿਸੇ ਬੰਧਨ ਤੋਂ ਪਰਉਪਕਾਰੀ ਬਣ ਕੇ ਆਉਂਦੇ ਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ। जन्म मरण दोह मह नाहे, जन्म मरण दोह मह नाहे, जन परोपकारी आए, जन परोपकारी आए, जन परोपकारी आए, जन परोपकारी आए। जी दान दे भगति लायन, जी दान दे भगति लायन, हर स्यों लैन मिलाए, जन परोपकारी आए, परोपकारी आए, जन परोपकारी आए। महाराज कहते उन्हां दी भाई सेवा ही परोपकार वास्ते लाई हुंदी है। गुरु साहब जी दे भेजे हुए परोपकार करने वास्ते ही आउंदे संसार दे विच, संसार दा भला करने वास्ते आउंदे, संसार नूं नाम नाल बाणी नाल जोड़न वास्ते आउंदे। किन्ने गुरमुख महाराज साहब जी दे ऐसे, श्रीमान संत बाबा अतर सिंह साहिब जी मस्तूआणे वाले महापुर, सारा जीवन आप प्रभु की बंदगी की ते संसार नूं नाम बाणी दे नाल जोड़िया। श्रीमान संत बाबा सुंदर सिंह साहिब जी खालसा पिंडरां वाले महापुर, सारा जीवन धन गुरु ग्रंथ साहिब महाराज जी की अमृत बाणी की कथा की, संथ्या करवाई, सिंघां नूं गुरबाणी पढ़ाई। श्रीमान संत ज्ञानी गुरबचन सिंह जी खालसा पिंडरां वाले महापुर, 27 कथा गुरु ग्रंथ साहिब महाराज जी दियां संपूर्ण कीतियां साध संगत। और इसे तरह श्रीमान संत बाबा अमीर सिंह साहिब जी, भाई साहब भाई मनी सिंह जी की टकसाल वाले महापुर, 60 कथा अपने जीवन में कीतियां, सिंघां नूं पढ़ाइयां, संपूर्ण गुरु ग्रंथ साहिब महाराज जी। देखो एक साल विच भी एक कथा का भोग पाया तो 60 साल का समा, सारा जीवन ही परोपकार वास्ते, सेवा ते सिमरन दे वास्ते। ऐसे गुरमुख प्यारे गुरु के भेजे हुए महाराज कहते भी उन्हां दा आउणा जाना वो बंधना तो रहत है, बाकी सारा संसार बंधन दे विच है। पर वो जिहड़े गुरमुख उन्हां दी कथा वक्री हुंदी है संसार ते, जिवें महाराज ने आख्या ना, भगता तैसा सारियां जोड़ कदे ना आया। ये वक्री है गल भाई, दिसण नूं इक्को जिहा लगदा है, पर महाराज साहब कहते हर के सेवक जो हर भाए, तिन की कथा निरारी रे, आवह ना जाहे ना कबहू मरते पार ब्रह्म संगारी रे। ना वो आउंदे आ ना जांदे आ, ना कदी मरदे आ,
ਉਹਨਾਂ ਦਾ ਭਾਵ ਨਾ ਆਉਂਦੇ ਨਾ ਜਾਂਦੇ ਤੋਂ ਕੀ ਭਾਵ ਹੋਇਆ? ਭਾਵ ਉਹ ਬਾਕੀ ਸੰਸਾਰੀਆਂ ਵਾਂਗੂ ਆਉਂਦੇ ਜਾਂਦੇ ਨਹੀਂ, ਉਹਨਾਂ ਦਾ ਆਉਣਾ ਜਾਣਾ ਇੱਕ ਵੱਖਰਾ ਹੈ। ਉਹ ਜੰਮਣ ਮਰਨ ਤੋਂ ਰਹਿਤ, ਕਰਮਾਂ ਦੇ ਲੇਖੇ ਜੋਖੇ ਤੋਂ ਰਹਿਤ, ਉਹ ਤਾਂ ਸੇਵਾ ਸਿਮਰਨ ਕਰਨ ਵਾਸਤੇ ਪਰਮੇਸ਼ਰ ਦੇ ਹੁਕਮ ਨਾਲ ਹੀ ਆਉਂਦੇ ਜਾਂਦੇ ਆ। ਉਹਨਾਂ ਦਾ ਬਾਕੀ ਸੰਸਾਰ ਵਾਂਗੂ ਆਉਣਾ ਜਾਣਾ ਨਹੀਂ ਹੈ। ਤਾਂ ਐਸੇ ਜਿਹੜੇ ਗੁਰਮੁਖਾਂ ਮਹਾਰਾਜ ਕਹਿੰਦੇ ਆਵੇ ਜਾਏ ਨਿਸੰਗ, ਉਹ ਨਿਸੰਗ ਸ਼ੰਕੇ ਤੋਂ ਰਹਿਤ, ਕਿਸੇ ਸੰਗ ਤੋਂ ਰਹਿਤ, ਉਹ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਆਉਂਦੇ ਆ ਤੇ ਸੰਸਾਰ ਦੇ ਵਿੱਚ ਪਰਉਪਕਾਰ ਕਰਕੇ ਫਿਰ ਜਦੋਂ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਹੈ ਉਦੋਂ ਜਾਂਦੇ ਹਨ। ਉਹਨਾਂ ਨੇ ਪਰ ਹਰ ਮੈਲ, ਜਿਹੜੀ ਮੈਲ ਹੈ ਨਾ ਅਗਿਆਨਤਾ ਦੀ, ਉਹ ਪਰਹਰਨ ਕਰ ਦਿੱਤੀ ਹੈ, ਪਰੇ ਕਰ ਦਿੱਤੀ ਹੈ। ਆਪਣੀ ਮੈਲ ਉਹਨਾਂ ਨੇ ਦੂਰ ਕਰ ਦਿੱਤੀ ਹੈ ਔਰ ਆਪਣੇ ਹਿਰਦੇ ਦੀ ਇਸੇ ਪ੍ਰਕਾਰ ਜਿਹੜੇ ਉਹ ਕਲੰਕ ਹਨ, ਅਗਿਆਨਤਾ ਦਾ ਕਲੰਕ ਉਹ ਵੀ ਲਾਹ ਦਿੱਤਾ, ਅਵਿਦਿਆ ਦਾ ਕਲੰਕ ਵੀ ਲਾਹ ਦਿੱਤਾ ਹੈ, ਵਿਕਾਰਾਂ ਦੀ ਮੈਲ ਵੀ ਉਹਨਾਂ ਨੇ ਲਾਹ ਦਿੱਤੀ। ਗੁਰੂ ਕੀ ਕਿਰਪਾ ਦੇ ਨਾਲ ਉਹਨਾਂ ਦੀ ਮੈਲ ਦੂਰ ਹੋ ਗਈ ਤੇ ਸਭ ਪ੍ਰਕਾਰ ਦੇ ਉਹਨਾਂ ਦੇ ਕਲੰਕ ਦੂਰ ਹੋ ਗਏ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਗੁਰਮੁਖਾਂ ਨੂੰ ਦੂਸਰਿਆਂ ਦੀ ਮੈਲ ਲਾਉਣ ਦੇ ਵੀ ਸਮਰੱਥ ਬਣਾ ਦਿੱਤਾ, ਦੂਸਰਿਆਂ ਦੇ ਕਲੰਕ ਸਾੜਨ ਦੇ ਵੀ ਸਮਰੱਥ ਬਣਾ ਦਿੱਤਾ। ਪਹਿਲਾਂ ਉਹਨਾਂ ਗੁਰਮੁਖਾਂ ਦੀ ਆਪਣੀ ਮੈਲ ਲਾਈ ਹੈ ਮਹਾਰਾਜ ਸਾਹਿਬ ਜੀ, ਪਰ ਹਰ ਮੈਲ ਉਹਨਾਂ ਗੁਰਮੁਖਾਂ ਦੀ ਮੈਲ ਪਰੇ ਕੀਤੀ। ਜਲਾਏ, ਜਲਾਏ ਨਾਮ ਹੈ ਜਾਲਣ ਦਾ, ਸਾੜਨ ਦਾ, ਜੋ ਕਲੰਕ ਹੈ ਅਗਿਆਨਤਾ ਦਾ, ਅਵਿਦਿਆ ਦਾ, ਉਹ ਕਲੰਕ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ। ਉਹ ਗੁਰਮੁਖਾਂ ਨੂੰ ਗਿਆਨ ਬਖਸ਼ ਕਰਕੇ ਉਹਨਾਂ ਦਾ ਅਗਿਆਨ ਦੂਰ ਕਰ ਦਿੱਤਾ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ ਭਾਈ ਹੁਣ ਦੂਸਰਿਆਂ ਨੂੰ ਵੀ ਤੁਸੀਂ ਉਪਦੇਸ਼ ਦਿਓ। ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਸਾਜਿਆ, ਨਿਵਾਜਿਆ, ਥਾਪਿਆ, ਉਹਨਾਂ ਦੇ ਅਗਿਆਨ, ਉਹਨਾਂ ਦੀ ਮੈਲ ਦੂਰ ਕਰਕੇ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ ਤੁਸੀਂ ਅੱਗੇ ਜਪਾਓ ਨਾਮ। ਜਿਨ੍ਹਾਂ ਜਿਨ੍ਹਾਂ ਉੱਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਭਾਵੇਂ ਉਹ ਭੂਮੀਆ ਚੋਰ ਸੀ, ਭਾਵੇਂ ਉਹ ਸੱਜਣ ਠੱਗ ਸੀ, ਭਾਵੇਂ ਕੌਡਾ ਰਾਖਸ਼ ਸੀ, ਮਹਾਰਾਜ ਸਾਹਿਬ ਜੀ ਨੇ ਉਹਨਾਂ ਦੀ ਮੈਲ ਪਰੇ ਕਰਕੇ, ਉਹਨਾਂ ਦਾ ਕਲੰਕ ਦੂਰ ਕਰਕੇ ਉਹਨਾਂ ਨੂੰ ਗੁਰਮੁਖ ਬਣਾ ਦਿੱਤਾ, ਗੁਰਮੁਖ। ਤੇ ਫਿਰ ਉਹਨਾਂ ਨੂੰ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਬਖਸ਼ੀ। ਆਖਿਆ ਤੁਸੀਂ ਆਪ ਵੀ ਜਪੋ ਤੇ ਹੋਰਨਾਂ ਨੂੰ ਵੀ ਜਪਾਓ। ਵੇਖੋ ਸਤਿਗੁਰੂ ਸਾਹਿਬ ਜੀ ਦੀ ਮਹਿਮਾ, ਸਤਿਗੁਰਾਂ ਦੀ ਵਡਿਆਈ। ਮਹਾਰਾਜ ਸਾਹਿਬ ਜੀ ਨੇ ਵੱਡੇ ਵੱਡੇ ਚੋਰਾਂ ਨੂੰ, ਵੱਡੇ ਵੱਡੇ ਠੱਗਾਂ ਨੂੰ, ਵੱਡੇ ਵੱਡੇ ਧਾੜਵੀਆਂ ਨੂੰ ਜਿਸ ਵੇਲੇ ਨਿਹਾਲ ਕੀਤਾ ਤੇ ਉਹਨਾਂ ਕੱਲਿਆਂ ਨੂੰ ਹੀ ਨਿਹਾਲ ਨਹੀਂ ਕੀਤਾ, ਫਿਰ ਉਹਨਾਂ ਤੇ ਇੰਨੀ ਬਖਸ਼ਿਸ਼ ਕਰ ਦਿੱਤੀ, ਇੰਨੇ ਪਵਿੱਤਰ ਕਰ ਦਿੱਤਾ ਕਿ ਤੁਸੀਂ ਹੁਣ ਦੂਸਰਿਆਂ ਨੂੰ ਵੀ ਉਪਦੇਸ਼ ਦਿਓ। ਭਾਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਈਏ, ਬਾਬਾ ਜੀ ਭਾਈ ਅਦਲੀ ਜੀ ਦੀ ਸੰਗਤ ਕਰਕੇ, ਗੁਰਮੁਖ ਦੀ ਸੰਗਤ ਕਰਕੇ ਗੁਰੂ ਕੇ ਸਿੱਖ ਬਣੇ ਤੇ ਫਿਰ ਕਿੰਨਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵੀ ਕੀਤਾ। ਇੱਥੋਂ ਤੀਕ ਕਿ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਲਿਖਣ ਦੀ ਸੇਵਾ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕੀਤੀ। ਛੇਵੇਂ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਨਾਲ ਉਹਨਾਂ ਦਿਨਾਂ 'ਚ ਗੁਰਸਿੱਖ ਹੱਥੀਂ ਗੁਰਬਾਣੀ ਲਿਖਦੇ ਸੀ, ਪਾਵਨ ਪੋਥੀਆਂ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵੀ ਅੰਮ੍ਰਿਤ ਬਾਣੀ ਲਿਖਣੀ ਆਰੰਭ ਕੀਤੀ ਤੇ ਪਾਵਨ ਸਰੂਪ ਲਿਖਿਆ ਤੇ ਬਿਲਾਵਲ ਰਾਗ ਤੀਕ ਪਹੁੰਚੇ ਲਿਖਦੇ ਲਿਖਦੇ। ਬਾਬਾ ਬਿਧੀ ਚੰਦ ਸਾਹਿਬ ਬਿਲਾਵਲ ਰਾਗ ਸਾਰਾ ਲਿਖ ਲਿਆ, ਬਿਲਾਵਲ ਰਾਗ ਦੀ ਭਗਤ ਬਾਣੀ ਵੀ ਲਿਖੀ, ਸਾਰਾ ਸੰਪੂਰਨ ਬਿਲਾਵਲ ਰਾਗ ਦੀ ਇੱਕ ਪਾਵਨ ਸਰੂਪ ਲਿਖਿਆ ਗਿਆ, ਜਿੱਥੇ ਭਗਤ ਸਦਨਾ ਜੀ ਦਾ ਸ਼ਬਦ ਆਉਂਦਾ ਹੈ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਉਹ ਸਾਰਾ ਸ਼ਬਦ ਸੰਪੂਰਨ ਲਿਖਿਆ। ਉਧਰੋਂ ਜੰਗਾ ਯੁੱਧਾਂ ਦਾ ਸਮਾਂ ਹੈ ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਬਾਬਾ ਜੀ ਇੱਥੇ ਹੀ ਹੁਣ ਸਮਾਪਤੀ ਕਰ ਦਿਓ, ਇੰਨਾ ਹੀ। ਤੇ ਫਿਰ ਦੂਸਰੀ ਸੇਵਾ 'ਚ ਮਹਾਰਾਜ ਨੇ ਨਾਲ ਲਾ ਲਿਆ। ਉਹ ਬਿਲਾਵਲ ਰਾਗ ਦੀ ਕੀ ਸਰੂਪ ਹੈ, ਅੱਜ ਵੀ ਹੈ ਬਾਬਾ ਜੀ ਦੇ ਪਾਸ। ਸੁਰ ਸਿੰਘ ਨਗਰ ਦੇ ਵਿੱਚ ਜਦੋਂ ਸਾਲਾਨਾ ਜੋੜ ਮੇਲਾ ਹੁੰਦਾ ਹੈ ਤੇ ਉਸ ਵੇਲੇ ਉਸ ਪਾਵਨ ਸਰੂਪ ਦੇ ਦਰਸ਼ਨ ਸੰਗਤਾਂ ਕਰਦੀਆਂ ਹਨ। ਤੋ ਇਹ ਮਹਾਰਾਜ ਸਾਹਿਬ ਜੀ ਨੇ ਸੇਵਾ ਲਈ, ਗਰੀਬ ਨਵਾਜ ਸਾਹਿਬ ਜੀ। ਕਹਿਣ ਤੋਂ ਭਾਵ ਹੈ ਕਿ ਕਿੰਨਾ ਫਿਰ ਮਹਾਰਾਜ ਸਾਹਿਬ ਜੀ ਨੇ ਉੱਚਾ ਸੁੱਚਾ ਜੀਵਨ ਬਖਸ਼ ਦਿੱਤਾ। ਗੁਰਬਾਣੀ ਲਿਖਣ ਦੀ ਸੇਵਾ,
ਤੇ ਹੋਰ ਗੁਰੂ ਘਰ ਦੀ ਬੇਅੰਤ ਸੇਵਾ, ਘੋੜੇ ਲਿਆਉਣ ਦੀ ਸੇਵਾ, ਦਸ਼ਾਲੇ ਲਿਆਉਣ ਦੀ ਸੇਵਾ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਤਾਂ ਆਪਣੇ ਸੀਨੇ ਨਾਲ ਲਾ ਕਰਕੇ ਤੇ ਐਸੀ ਗੁਰਮੁਖ ਪਦਵੀ ਬਖਸ਼ਿਸ਼ ਕੀਤੀ, ਬ੍ਰਹਮ ਗਿਆਨ ਬਖਸ਼ ਦਿੱਤਾ ਤੇ ਕਹਿ ਦਿੱਤਾ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਫਿਰ ਭਾਈ ਲੱਖੂ ਜੀ ਦਾ ਜੀਵਨ ਪੜ੍ਹਦੇ ਆ। ਭਾਈ ਲੱਖੂ ਜੀ ਪਹਿਲਾਂ ਧਾੜਵੀ ਸਨ, ਧਾੜਵੀ, ਤੇ ਗੁਰਸਿੱਖ ਦੀ ਸੰਗਤ ਕਰਕੇ ਤੇ ਪੰਜਵੇਂ ਮਹਾਰਾਜ ਸਾਹਿਬ ਜੀ ਤੋਂ ਸਿੱਖੀ ਹਾਸਲ ਕਰਦੇ ਆ। ਤੇ ਫਿਰ ਐਸਾ ਉੱਚਾ ਸੁੱਚਾ ਜੀਵਨ ਹੁੰਦਾ ਭਾਈ ਲੱਖੂ ਜੀ ਦਾ ਕਿ 21 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦੇ ਭਾਈ ਲੱਖੂ ਜੀ। ਪਹਿਲਾਂ ਮਹਾਰਾਜ ਸਾਹਿਬ ਜੀ ਨੇ ਉਹਨਾਂ ਗੁਰਮੁਖਾਂ ਦੀ ਮੈਲ ਦੂਰ ਕੀਤੀ, ਆਪਣੀ ਮੈਲ ਉਹਨਾਂ ਦੀ ਦੂਰ ਕੀਤੀ। ਪਰ ਹਰ ਮੈਲ ਜਲਾਏ ਕਲੰਕ, ਸਾਰੇ ਕਲੰਕ ਜਿਹੜੇ ਲੱਗੇ ਸੀ, ਧੱਬੇ ਲੱਗੇ ਸੀ ਔਗਣਾਂ ਦੇ, ਪਾਪਾਂ ਦੇ, ਉਹ ਸਾਰੇ ਧੋ ਦਿੱਤੇ। ਕਿਉਂਕਿ ਨਾਮ ਦੇ ਵਿੱਚ ਏਡੀ ਵੱਡੀ ਸਮਰੱਥਾ ਵਾ। ਨਾਮ ਇੱਕ ਜਨਮ ਦੇ ਕਲੰਕ ਕੀ, ਇੱਕ ਜਨਮ ਦੀ ਮੈਲ ਕੀ, ਕਈਆਂ ਜਨਮਾਂ ਦੀ ਮੈਲ ਤੇ ਕਈਆਂ ਜਨਮਾਂ ਦੇ ਕਲੰਕ ਧੋ ਕੇ ਰੱਖ ਦਿੰਦਾ ਨਾਮ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਈ ਵਾਰੀ ਸਾਡੇ ਸਮਾਜ ਦੇ ਵਿੱਚ ਲੋਕ ਨਹੀਂ ਖਹਿੜਾ ਛੱਡਦੇ, ਲੋਕ ਤਾਂ ਕਹਿੰਦੇ ਇਹ ਤਾਂ ਉਹੀ ਆ ਜਿਹੜਾ ਪਹਿਲਾਂ ਪੁੱਠੇ ਕੰਮ ਕਰਦਾ ਰਿਹਾ। ਤੇ ਆਮ ਇੱਕ ਹੋਰ ਹੀ ਗੱਲ ਜੀ ਕਹਿ ਦਿੰਦੇ, ਕਹਿੰਦੇ ਵੀ ਵੇਖੋ 900 ਚੂਹਾ ਖਾ ਕੇ ਤੇ ਹੁਣ ਬਿੱਲੀ ਹੱਜ ਨੂੰ ਤੁਰ ਪਈ। ਇਹ ਸੰਸਾਰ ਦੀ ਹਾਲਤ ਹੈ, ਇਹ ਸਮਾਜ ਦੀ ਲੋਕਾਂ ਦੀ ਹਾਲਤ ਹੈ। ਲੋਕ ਉਹੀ ਚਿਤਵਦੇ ਆ ਉਸੇ ਤਰ੍ਹਾਂ ਹੀ। ਪਰ ਮਹਾਰਾਜ ਸਾਹਿਬ ਤਾਂ ਇੱਕ ਜਨਮ ਦੇ ਔਗਣ ਕੀ, ਇੱਕ ਜਨਮ ਦੇ ਪਾਪ ਕੀ, ਕਰੋੜਾਂ ਜਨਮਾਂ ਦੇ ਪਾਪ ਮਹਾਰਾਜ ਧੋ ਕੇ ਰੱਖ ਦਿੰਦੇ, ਪਵਿੱਤਰ ਬਣਾ ਦੇ। ਤੇ ਇਕੱਲਾ ਪਵਿੱਤਰ ਹੀ ਨਹੀਂ ਬਣਾਉਂਦੇ ਮਹਾਰਾਜ ਸਾਹਿਬ ਜੀ, ਪੁਨੀਤ ਬਣਾ ਦਿੰਦੇ। ਪਵਿੱਤਰ 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 ਪੁਨੀਤ, ਦੂਸਰਿਆਂ ਨੂੰ ਵੀ ਪਵਿੱਤਰ ਕਰਨ ਵਾਲਾ ਬਣਾ ਦਿੰਦੇ। ਸਾਡਾ ਇਤਿਹਾਸ ਗਵਾਹੀ ਭਰਦਾ ਹੈ ਕਿ ਜਿਹੜੇ ਕਦੀ ਚੋਰੀਆਂ ਕਰਦੇ ਸੀ, ਜਿਹੜੇ ਕਦੀ ਠੱਗੀਆਂ ਮਾਰਦੇ ਸੀ, ਜਿਹੜੇ ਕਦੀ ਲੁੱਟਦੇ ਖੋਹਦੇ ਸੀ, ਜਦੋਂ ਗੁਰੂ ਸਾਹਿਬ ਦੀ ਉਹਨਾਂ ਤੇ ਕਿਰਪਾ ਹੋਈ ਤੇ ਉਹ ਆਪ ਤਾਂ ਪਵਿੱਤਰ ਹੋਏ ਹੀ ਹੋਏ, ਉਹਨਾਂ ਨੇ ਹਜ਼ਾਰਾਂ ਨੂੰ ਅੱਗੇ ਗੁਰੂ ਸ਼ਬਦ ਦੇ ਨਾਲ ਜੋੜਿਆ। ਭਾਈ ਲੱਖੂ ਜੀ ਜਦੋਂ ਗੁਰੂ ਕੇ ਸਿੱਖ ਬਣ ਗਏ, ਨੇਮ ਆ ਵੀ 21 ਜਪਜੀ ਸਾਹਿਬ ਰੋਜ਼ ਕਰਨੇ। ਲਾਹੌਰ ਵਿੱਚ ਰਿਹਾ ਕਰਦੇ ਤੇ ਉਹਨਾਂ ਦਾ ਉੱਚਾ ਸੁੱਚਾ ਜੀਵਨ ਵੇਖ ਕਰਕੇ ਸੰਗਤਾਂ ਪ੍ਰਭਾਵਿਤ ਹੁੰਦੀਆਂ ਤੇ ਮਾਈਆਂ ਬੇਨਤੀ ਕਰਦੀਆਂ ਕਿ ਭਾਈ ਸਾਹਿਬ ਜੀ ਤੁਹਾਨੂੰ ਘਰੇ ਲੈ ਕੇ ਜਾਣਾ ਤੇ ਪ੍ਰਸ਼ਾਦਾ ਛਕਾਉਣਾ ਭਾਈ ਲੱਖੂ ਜੀ ਨੂੰ। ਉਹ ਕਹਿੰਦੇ ਮਾਤਾ ਜਪਜੀ ਸਾਹਿਬ ਦਾ ਪਾਠ ਆਉਂਦਾ। ਜਿਸ ਮਾਈ ਨੇ ਕਹਿਣਾ ਵੀ ਹਾਂ ਜਪਜੀ ਸਾਹਿਬ ਦਾ ਪਾਠ ਮੈਂ ਕਰ ਲੈਂਦੀ ਹਾਂ, ਕਹਿਣਾ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਪ੍ਰਸ਼ਾਦਾ ਤਿਆਰ ਕਰੋਗੇ ਤਾਂ ਛਕ ਲਵਾਂਗਾ। ਜੇ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਤੇ ਪਹਿਲਾਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਸਿੱਖੋ, ਮੈਂ ਤੁਹਾਨੂੰ ਸਿਖਾ ਦਿੰਦਾ, ਮੈਂ ਤੁਹਾਨੂੰ ਸੰਥਿਆ ਕਰਾ ਦਿੰਦਾ ਜਪਜੀ ਸਾਹਿਬ ਦੀ। ਜਪਜੀ ਸਾਹਿਬ ਦਾ ਪਾਠ ਤੁਸੀਂ ਸਿੱਖ ਲਓਗੇ ਤੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਆਟਾ ਗੁੰਨ ਕੇ ਪ੍ਰਸ਼ਾਦਾ ਤਿਆਰ ਕਰਿਓ ਤੇ ਫਿਰ ਛਕ ਲਾਂਗਾ। ਇਤਿਹਾਸ ਕਹਿੰਦਾ ਕਈਆਂ ਮਾਈਆਂ ਨੂੰ ਭਾਈ ਲੱਖੂ ਜੀ ਨੇ ਇਸ ਤਰੀਕੇ ਨਾਲ, ਇਸ ਜੁਗਤੀ ਦੇ ਨਾਲ ਜਪਜੀ ਸਾਹਿਬ ਦਾ ਪਾਠ ਕੰਠ ਕਰਾ ਦਿੱਤਾ, ਜਪਜੀ ਸਾਹਿਬ ਦੀ ਬਾਣੀ ਨਾਲ ਜੋੜ ਦਿੱਤਾ। ਐਸਾ ਉਹਨਾਂ ਦਾ ਉੱਚਾ ਸੁੱਚਾ ਜੀਵਨ। ਤੇ ਉਹੀ ਭਾਈ ਲੱਖੂ ਸਨ ਜਦੋਂ ਭਾਈ ਬੁੱਧੂ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਰਜ਼ਾ ਚੁੱਕ ਕਰਕੇ ਤੇ ਆਵੇ ਲਾਏ ਹੋਏ ਆ ਇੱਟਾਂ ਪਕਾਉਣ ਵਾਸਤੇ, ਤੇ ਕਿਰਪਾ ਕਰੋ ਮਹਾਰਾਜ ਮੇਰੀਆਂ ਇੱਟਾਂ ਵਧੀਆ ਪੱਕ ਜਾਣ, ਲਾਲ ਸੁਰਖ ਨਿਕਲਣ, ਆਵੇ ਪੱਕ ਜਾਣ ਤੇ ਮੈਨੂੰ ਲਾਭ ਪ੍ਰਾਪਤ ਹੋਵੇ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਭਾਈ ਬੁੱਧੂ ਇਹ ਤੂੰ ਸੰਗਤ ਦੀ ਸੇਵਾ ਕਰ, ਸੰਗਤ ਨੂੰ ਘਰੇ ਬੁਲਾ ਕਰਕੇ ਲੰਗਰ ਛਕਾ ਕੇ ਸੰਗਤ ਕੋਲੋਂ ਅਰਦਾਸ ਕਰਾ। ਜਦੋਂ ਇਸੇ ਤਰ੍ਹਾਂ ਕੀਤਾ, ਸੰਗਤ ਨੂੰ ਸੱਦਿਆ, ਲੰਗਰ ਪਾਣੀ ਤਿਆਰ ਕਰਕੇ ਸੰਗਤ ਨੂੰ ਛਕਾਇਆ। ਜਦੋਂ ਸਾਰੀ ਸੰਗਤ ਨੇ ਲੰਗਰ ਛਕ ਲਿਆ ਤੇ ਅਰਦਾਸ ਕਰਨ ਲੱਗੀ ਸੀ, ਇੰਨੇ ਚਿਰ ਨੂੰ ਭਾਈ ਲੱਖੂ ਜੀ ਆ ਗਏ ਦਰਵਾਜ਼ੇ ਤੇ, ਉਹੀ 21 ਜਪਜੀ ਸਾਹਿਬ ਕਰਨ ਵਾਲੇ ਗੁਰਸਿੱਖ। ਭਾਈ ਬੁੱਧੂ ਜੀ ਮਿਲੇ, ਕਹਿਣ ਲੱਗੇ ਭਾਈ ਲੱਖੂ ਸਾਦੇ ਜਿਹੇ ਲਿਬਾਸ ਵਿੱਚ ਰਿਹਾ ਕਰਦੇ ਸਨ, ਸਿੱਧੇ ਸਾਦੇ ਜਿਹੇ, ਕਹਿਣ ਲੱਗੇ ਵੀ ਪ੍ਰਸ਼ਾਦਾ ਛਕਣਾ। ਭਾਈ ਬੁੱਧੂ ਕਹਿਣ ਲੱਗੇ ਹੁਣ ਤਾਂ ਸਮਾਪਤੀ ਹੋ ਗਈ ਲੰਗਰ ਦੀ, ਹੁਣ ਤਾਂ ਸੰਗਤ ਨੇ ਛਕ ਲਿਆ ਇਹ ਲੰਗਰ। ਕਹਿਣ ਲੱਗੇ ਨਹੀਂ ਮੈਨੂੰ ਵੀ ਛਕਾਓ, ਕਹਿੰਦੇ ਨਹੀਂ ਪਹਿਲੋਂ ਆ ਜਾਂਦਾ ਛਕ ਲੈਂਦਾ। ਇਸ ਤਰ੍ਹਾਂ ਆਪਸ ਵਿੱਚ ਗੱਲਬਾਤ ਹੋਈ।
ਹੁਣ ਅੰਦਰ ਸੰਗਤ ਅਰਦਾਸ ਕਰ ਰਹੀ ਆ ਕਿ ਮਹਾਰਾਜ ਭਾਈ ਬੁੱਧੂ ਨੇ ਤੁਹਾਡੀ ਸੰਗਤ ਦੀ ਲੰਗਰ ਦੀ ਸੇਵਾ ਕੀਤੀ ਹੈ, ਪ੍ਰਸ਼ਾਦਾ ਪਾਣੀ ਛਕਾਇਆ, ਇਹਦਾ ਆਵਾ ਪੱਕੇ। ਤੇ ਬਾਹਰ ਜਾਂਦਾ ਜਾਂਦਾ ਭਾਈ ਲੱਖੂ ਕਹਿੰਦਾ ਮਹਾਰਾਜ ਤੇਰੇ ਸਿੱਖ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਇਹਦਾ ਆਵਾ ਕੱਚਾ ਹੀ ਰਵੇ। ਇਹ ਇਤਿਹਾਸ ਵਿੱਚ ਲਿਖਿਆ ਵਾ। ਉਹ ਜਾਂਦਾ ਜਾਂਦਾ ਇਹ ਗੱਲ ਕਹਿ ਗਿਆ। ਜਿਸ ਵੇਲੇ ਬਾਅਦ ਵਿੱਚ ਜਦੋਂ ਆਵਾ ਖੋਲ ਕੇ ਵੇਖਿਆ ਤੇ ਉਹ ਇੱਟਾਂ ਪਿੱਲੀਆਂ, ਆਵਾ ਪੱਕਿਆ ਨਾ। ਫੇਰ ਭਾਈ ਬੁੱਧੂ ਆਇਆ ਪੰਜਵੇਂ ਪਾਤਸ਼ਾਹ ਕੋਲੇ, ਮਹਾਰਾਜ ਤੁਹਾਡਾ ਬਚਨ ਨਹੀਂ ਪੂਰਾ ਹੋਇਆ, ਤੁਸੀਂ ਆਖਿਆ ਸੀ ਸੰਗਤ ਦੀ ਸੇਵਾ ਕਰਿਓ, ਸੰਗਤ ਤੋਂ ਅਰਦਾਸ ਕਰਾਇਓ, ਤੇ ਮਹਾਰਾਜ ਮੈਂ ਸੰਗਤ ਨੂੰ ਲੰਗਰ ਵੀ ਛਕਾਇਆ, ਸੰਗਤ ਤੋਂ ਅਰਦਾਸ ਵੀ ਕਰਾਈ, ਮੇਰਾ ਆਵਾ ਫੇਰ ਕੱਚੇ ਦਾ ਕੱਚਾ ਹੀ, ਮੈਂ ਤਾਂ ਘਾਟੇ 'ਚ ਚਲੇ ਗਿਆ। ਤੇ ਸਤਿਗੁਰੂ ਅੰਤਰਜਾਮੀ ਕਹਿਣ ਲੱਗੇ ਵੀ ਕਿਸੇ ਨੂੰ ਮੋੜਿਆ ਤੇ ਨਹੀਂ ਲੰਗਰ ਤੋਂ? ਕਹਿੰਦਾ ਇੱਕ ਸੀ ਕਮਲਾ ਰਮਲਾ ਜਿਹਾ, ਉਹ ਆਇਆ ਸੀ ਬਾਅਦ ਵਿੱਚ ਤੇ ਐਵੇਂ ਬੋਲੀ ਜਾਂਦਾ ਸੀ। ਮਹਾਰਾਜ ਕਹਿੰਦੇ ਉਹਨੂੰ ਵੀ ਪ੍ਰਸ਼ਾਦਾ ਛਕਾ ਦੇਣਾ ਸੀ। ਕਹਿੰਦੇ ਜੀ ਉਹ ਬਾਅਦ ਵਿੱਚ ਆਇਆ ਸੀ। ਕਹਿੰਦੇ ਫਿਰ ਕੀ ਛਕਾ ਦੇਣਾ ਸੀ? ਉਹ ਇਹ ਗੱਲ ਕਹਿੰਦਾ ਚਲੇ ਗਿਆ ਵੀ ਨਹੀਂ ਆਵਾ ਕੱਚਾ ਹੀ ਰਵੇਗਾ, ਨਹੀਂ ਕੱਚਾ ਹੀ ਰਵੇਗਾ, ਮਹਾਰਾਜ ਤੇਰੇ ਸਿੱਖ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਇਹਦਾ ਕੱਚਾ ਹੀ ਰਵੇ ਆਵਾ। ਮਹਾਰਾਜ ਕਹਿੰਦੇ ਵੀ ਉਹਦੀ ਰਸਨਾ ਤੇ ਵੀ ਗੁਰੂ ਨਾਨਕ ਸਾਹਿਬ ਦਾ ਵਾਸਾ। ਉਹ ਹਰ ਵੇਲੇ ਜਪਜੀ ਸਾਹਿਬ ਪੜ੍ਹਦਾ ਰਹਿੰਦਾ ਤੇ ਜਿੱਥੇ ਗੁਰੂ ਕੀ ਬਾਣੀ ਰਹਿੰਦੀ ਉੱਥੇ ਗੁਰੂ ਦਾ ਵਾਸਾ ਹੁੰਦਾ। ਉਹ ਸਾਡਾ ਪਿਆਰਾ ਸਿੱਖ ਭਾਈ ਲੱਖੂ ਸੀ। ਤੈਨੂੰ ਛਕਾਉਣਾ ਚਾਹੀਦਾ ਸੀ, ਪ੍ਰਸ਼ਾਦੇ ਤੋਂ ਨਹੀਂ ਕਿਸੇ ਨੂੰ ਮੋੜੀਦਾ ਹੁੰਦਾ, ਭਾਵੇਂ ਕੋਈ ਬਾਅਦ ਵਿੱਚ ਵੀ ਆਵੇ ਉਹਨੂੰ ਵੀ ਛਕਾ ਦੇਣਾ ਚਾਹੀਦਾ। ਤਾਂ ਮਾਰੇ ਹੁਣ ਮੇਰਾ ਕੀ ਬਣੇਗਾ? ਕਹਿਣ ਲੱਗੇ ਸੰਗਤ ਦੀ ਅਰਦਾਸ ਵੀ ਨਿਸਫਲ ਨਹੀਂ ਜਾਵੇਗੀ, ਰਵੇਗਾ ਤੇ ਹੁਣ ਕੱਚਾ ਹੀ, ਪਰ ਵਿਕੇਗਾ ਪੱਕਿਆਂ ਦੇ ਭਾਅ, ਰਵੇਗਾ ਕੱਚਾ ਹੀ। ਪਰ ਕਹਿੰਦੇ ਉਹਨਾਂ ਦਿਨਾਂ ਵਿੱਚ ਮੀਂਹ ਪਿਆ ਤੇ ਜਿਹੜਾ ਸੰਮਣ ਬੁਰਜ ਹੈ ਉਹਦੀ ਕੰਧ ਡਿੱਗੀ ਤੇ ਉਹ ਇੱਟਾਂ ਲੈ ਗਏ ਸੀ, ਉਹ ਪਿੱਲੀਆਂ ਹੀ, ਪਰ ਉਹਨਾਂ ਪੱਕਿਆਂ ਦੇ ਭਾਅ ਖਰੀਦ ਲਈਆਂ ਸੀ। ਦੋਵੇਂ ਕਾਰਜ ਰਾਸ ਕਰ ਦਿੱਤੇ। ਹੁਣ ਭਾਈ ਲੱਖੂ ਦਾ ਬੋਲ ਪੂਰਾ ਆ ਕਿਉਂਕਿ ਉਹਦੀ ਰਸਨਾ ਦੇ ਉੱਤੇ ਗੁਰੂ ਸਾਹਿਬ ਵਸਦੇ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਐਸੇ ਗਰੀਬ ਨਵਾਜ਼ ਸਾਹਿਬ ਜਿਹੜੇ ਗੁਰਮੁਖਾਂ ਦੇ ਮੈਲ ਦੂਰ ਕਰਕੇ, ਉਹਨਾਂ ਦੇ ਕਲੰਕ ਦੂਰ ਕਰਕੇ, ਉਹਨਾਂ ਨਾਲ ਇੰਨਾ ਉੱਚਾ ਸੁੱਚਾ ਜੀਵਨ ਬਣਾ ਦਿੰਦੇ ਵੀ ਉਹਨਾਂ ਦੇ ਬੋਲ ਵੀ ਪੂਰੇ ਹੁੰਦੇ, ਦੂਸਰਿਆਂ ਨੂੰ ਵੀ ਉਹ ਪਵਿੱਤਰ ਕਰਨ ਵਾਲੇ ਬਣ ਜਾਂਦੇ ਹਨ, ਦੂਸਰਿਆਂ ਦਾ ਵੀ ਕਲੰਕ ਦੂਰ ਕਰਨ ਵਾਲੇ ਉਹ ਗੁਰਮੁਖ ਹੋ ਜਾਂਦੇ ਹਨ। ਗੁਰਮੁਖ ਨਾਦ ਵੇਦ ਵਿਚਾਰ, ਐਸੇ ਗੁਰਮੁਖਾਂ ਦਾ ਨਾਦ ਸੋ ਕੀਰਤਨ ਵਿੱਚ ਪਾ ਕਰਕੇ ਜਿਹੜਾ ਗਾਉਣਾ ਹੈ, ਨਾਦ ਰਾਗ ਦੇ ਵਿੱਚ ਪਾ ਕੇ ਜਿਹੜਾ ਗਾਉਣਾ ਹੈ, ਤੇ ਵੇਦ ਗਿਆਨ ਦੀ ਜੋ ਵਿਚਾਰ ਕਰਨੀ ਉਹ ਕੀ ਹੈ? ਵਿਚਾਰ, ਜਿਹੜੀ ਉਹ ਬ੍ਰਹਮ ਦੀ ਵਿਚਾਰ ਕਰਦੇ, ਜੋ ਪਰਮੇਸ਼ਰ ਵਾਹਿਗੁਰੂ ਜੀ ਦੀ ਵਿਚਾਰ ਕਰਦੇ, ਇਹੀ ਗੁਰਮੁਖਾਂ ਦਾ ਨਾਦ ਹੈ, ਇਹੀ ਗੁਰਮੁਖਾਂ ਦਾ ਵੇਦ ਗਿਆਨ ਹੈ, ਇਹੀ ਵੇਦਾਂ ਦੀ ਵਿਚਾਰ ਹੈ ਉਹਨਾਂ ਵਾਸਤੇ। ਗੁਰਮੁਖ ਮੱਜਨ ਚੱਜ ਅਚਾਰ, ਜਿਹੜੇ ਗੁਰਮੁਖ ਹਨ ਉਹਨਾਂ ਦਾ ਜੋ ਉੱਚਾ ਚੱਜ ਹੈ, ਉੱਚਾ ਆਚਾਰ ਹੈ, ਉੱਚਾ ਜੀਵਨ ਦਾ ਆਚਰਣ ਹੈ, ਸ੍ਰੇਸ਼ਟ ਉਹਨਾਂ ਦਾ ਚੱਜ ਹੈ, ਜੀਵਨ ਦੀ ਜੁਗਤ ਹੈ, ਇਹੀ ਉਹਨਾਂ ਦਾ ਅਸਲ ਮੱਜਨ ਹੈ। ਮੱਜਨ ਕਹਿੰਦੇ ਇਸ਼ਨਾਨ ਨੂੰ, ਤੇ ਇਸ਼ਨਾਨ ਉਹ ਜਿਹੜਾ ਪੁਰਬ ਵਾਲੇ ਦਿਨ ਕੀਤਾ ਜਾਂਦਾ ਉਹਨੂੰ ਮੱਜਨ ਕਿਹਾ ਜਾਂਦਾ ਹੈ। ਸਰੋਵਰ ਦੇ ਵਿੱਚ ਜੋ ਚੁੱਭੀ ਲਾ ਕੇ ਇਸ਼ਨਾਨ ਕੀਤਾ ਜਾਂਦਾ ਹੈ ਉਹਨੂੰ ਮੱਜਨ ਇਸ਼ਨਾਨ ਕਿਹਾ ਜਾਂਦਾ। ਜਿਵੇਂ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਤਾਂ ਗੁਰਮੁਖਾਂ ਦਾ ਐਸਾ ਹੀ ਇਹੀ ਇਸ਼ਨਾਨ ਹੈ, ਇਹੀ ਪੁਰਬ ਦਾ ਇਸ਼ਨਾਨ ਹੈ ਜੋ ਉੱਚਾ ਸੁੱਚਾ ਉਹਨਾਂ ਦਾ ਚੱਜ ਆਚਾਰ ਹੈ, ਉੱਚਾ ਉਹਨਾਂ ਦਾ ਜੀਵਨ ਹੈ। ਉਹਨਾਂ ਨੂੰ ਆਖਿਆ ਹੈ ਸਾਧ ਭਲੇ ਅਣ ਨਹਾਤਿਆਂ, ਉਹ ਐਸੇ ਪਵਿੱਤਰ ਜੀਵਨ ਵਾਲੇ। ਇਹਦਾ ਭਾਵ ਇਹ ਨਹੀਂ ਕਿ ਉਹ ਇਸ਼ਨਾਨ ਨਹੀਂ ਕਰਦੇ, ਪਰ ਇਸ਼ਨਾਨ ਵੀ ਕਰਦੇ ਆ, ਪਰ ਉਹਨਾਂ ਦਾ ਅਸਲ ਇਸ਼ਨਾਨ ਹੋ ਗਿਆ ਉਹ ਪਵਿੱਤਰ ਜੀਵਨ ਵਾਲੇ। ਉਹਨਾਂ ਦੇ ਚਰਨਾਂ ਦੀ ਧੂੜ ਤਾਂ ਤੀਰਥ ਵੀ ਲੋਚਦੇ ਆ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਇਲ ਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਉਹ ਐਸੇ ਗੁਰਮੁਖ ਜੋ ਗੁਰੂ ਕੇ ਸ਼ਬਦ ਦੇ ਨਾਲ ਜੁੜੇ ਹੋਏ ਆ ਨਾ, ਇਹੀ ਮਹਾਰਾਜ ਕਹਿੰਦੇ ਉਹਨਾਂ ਨੂੰ ਸਾਰ ਸ੍ਰੇਸ਼ਟ ਅੰਮ੍ਰਿਤ ਪ੍ਰਾਪਤ ਹੋਇਆ। ਗੁਰੂ ਕਾ ਸ਼ਬਦ ਹੀ ਉਹਨਾਂ ਨੂੰ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ। ਉਹ ਗੁਰੂ ਕੇ ਸ਼ਬਦ ਨਾਲ ਜੁੜ ਕਰਕੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਉਹਨਾਂ ਨੇ ਛਕਿਆ ਹੋਇਆ ਹੈ। ਗੁਰਮੁਖਾਂ ਉਹ ਗੁਰੂ ਕੇ ਸ਼ਬਦ ਰੂਪੀ ਅੰਮ੍ਰਿਤ ਨੂੰ ਸਾਧ ਸੰਗਤ ਜੀ ਪ੍ਰਾਪਤ ਕਰਦੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਿੱਥੇ ਸ਼ਬਦ ਅੰਮ੍ਰਿਤ ਦਿੱਤਾ ਉੱਥੇ ਚਰਨ ਕੌਲ ਰੂਪੀ ਅੰਮ੍ਰਿਤ ਦਿੱਤਾ। ਦਸਮ ਪਾਤਸ਼ਾਹ ਜੀ ਨੇ ਜਿੱਥੇ ਆਪਣੀ ਰਸਨਾ ਤੋਂ ਸ਼ਬਦ ਉਪਦੇਸ਼ ਬਾਣੀ ਬਖਸ਼ਿਸ਼ ਕੀਤੀ, ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਮਹਾਰਾਜ ਨੇ ਬਖਸ਼ਿਆ।
ਇਸ ਕਰਕੇ ਗੁਰਮੁਖ ਸ਼ਬਦ ਬ੍ਰਹਮ ਦੀ ਵਿਚਾਰ ਕਰਦੇ, ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ, ਇਹੀ ਅੰਮ੍ਰਿਤ ਹੈ ਸਾਰ ਸ੍ਰੇਸ਼ਟ। ਨਾਨਕ ਗੁਰਮੁਖ ਪਾਵੈ ਪਾਰ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਕੀ ਸ਼ਰਨ ਪੈਂਦੇ ਆ ਨਾ, ਮੁਖੀ ਗੁਰੂ ਸਤਿਗੁਰੂ ਜੀ ਉਹਨਾਂ ਨੂੰ ਪਾਰ ਕਰ ਦਿੰਦੇ ਆ। ਜੋ ਗੁਰੂ ਕੀ ਸ਼ਰਨ ਪੈਣ ਵਾਲੇ ਹਨ ਉਹ ਗੁਰਮੁਖ ਬਣ ਜਾਂਦੇ ਆ ਤੇ ਗੁਰਮੁਖ ਪਾਵੈ ਪਾਰ, ਪਾਰਲਾ ਕੰਢਾ ਪ੍ਰਾਪਤ ਕਰ ਲੈਂਦੇ ਆ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹਨ। ਉਹ ਬ੍ਰਹਮ ਗਿਆਨ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹਨ, ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ, ਆਪ ਵੀ ਪਾਰ ਹੁੰਦੇ ਆ ਤੇ ਹੋਰਨਾਂ ਨੂੰ ਵੀ ਪਾਰ ਕਰਦੇ ਹਨ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਵੀ ਉਜਲੇ ਹੁੰਦੇ ਆ, ਕਿਤਨੀ ਸ੍ਰਿਸ਼ਟੀ ਉਹਨਾਂ ਦੀ ਸੰਗਤ ਕਰਕੇ ਵੀ ਪਾਰ ਹੁੰਦੀ ਹੈ। ਇਹ 22ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰਮੁਖ ਪਾਵੈ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।